दोस्तों हाजिर एक होर वीडियो रिपोर्ट लैके चैनल रितेश लखी अनपलग्ड उत्ते ਆਪਾਂ ਅੱਜ ਗੱਲ ਕਰਾਂਗੇ ਬੀਤੇ ਹਫਤੇ ਸ਼ਨੀਵਾਰ ਨੂੰ ਜਿਹੜਾ ਹਮਲਾ ਹੁੰਦਾ ਹੈ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਪੁਲਿਸ ਸਟੇਸ਼ਨ ਦੇ ਉੱਤੇ ਰੌਕਟ ਲਾਂਚਰ ਆਰਪੀਜੀ ਰੌਕਟ ਪ੍ਰੋਪੈਲਡ ਗ੍ਰੇਨੇਡ ਸੁੱਟਿਆ ਜਾਂਦਾ ਹੈ। ਤਕਰੀਬਨ 6 ਮਹੀਨੇ ਪਹਿਲਾਂ ਇੰਟੈਲੀਜੈਂਸ ਹੈੱਡਕੁਆਟਰ ਮੋਹਾਲੀ ਦਾ ਜਿਹੜਾ ਸੀ ਉਸ ਉੱਤੇ ਵੀ ਅਜਿਹੇ ਹੀ ਸੰਦ ਦੇ ਨਾਲ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਉਸ ਵਿਸ਼ੇ ਦੇ ਉਸ ਮੁੱਦੇ ਦੇ ਉੱਤੇ ਵੀ ਇੱਕ ਬੜਾ ਲੰਬਾ ਚੌੜਾ ਇਨਵੈਸਟੀਗੇਸ਼ਨ ਚੱਲੀ ਤੇ ਗੈਂਗਸਟਰਾਂ ਦੀ ਧਰਪਕੜ ਰਹੀ। ਜ਼ਿਆਦਾਤਰ ਜਿਹੜੇ ਉਸ ਹਮਲੇ ਦੇ ਵਿੱਚ ਲੋਕ ਇਨਵੋਲਵ ਸਨ ਉਹਨਾਂ ਨੂੰ ਫੜ ਲਿਆ ਗਿਆ, ਲੇਕਿਨ ਉਸ ਵਕਤ ਲੰਡਾ ਹਰੀਕੇ ਦਾ ਕਾਰਾ ਦਿਸਦਾ ਸੀ। ਬਾਅਦ ਦੇ ਵਿੱਚ ਪਤਾ ਲੱਗਾ ਕਿ ਹਰਵਿੰਦਰ ਰਿੰਦਾ ਮੇਨ ਮਾਸਟਰਮਾਈਂਡ ਸੀ ਉਸ ਰੌਕਟ ਲਾਂਚਰ ਹਮਲੇ ਦਾ। ਲੇਕਿਨ ਆਹ ਜਿਹੜਾ ਹੁਣ ਸਰਹਾਲੀ ਪੁਲਿਸ ਸਟੇਸ਼ਨ ਦੇ ਵਿੱਚ ਹਮਲਾ ਹੋਇਆ ਹੈ ਤੇ ਇਹ ਹਮਲਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਕਈ ਹਫ਼ਤੇ ਪਹਿਲਾਂ ਰਾਦਰ 2 ਦਿਨ ਪਹਿਲਾਂ ਤਾਂ ਬਹੁਤ ਹੀ ਸਪੈਸੀਫਿਕ ਇਨਪੁਟ ਸੀ। ਇੱਥੋਂ ਤੱਕ ਸਪੈਸੀਫਿਕ ਇੰਟੈਲੀਜੈਂਸ ਦੀ ਇਨਪੁਟ ਆ ਗਈ ਸੀ ਜੋ ਕਿ ਖਬਰਾਂ ਦੇ ਵਿੱਚ ਵੀ ਛਪੀ ਵੀ ਪੰਜਾਬ ਦੇ ਜਿਹੜੇ ਹਾਈਵੇ ਦੇ ਨਾਲ ਲੱਗਦੇ ਪੁਲਿਸ ਸਟੇਸ਼ਨ ਥਾਣੇ ਜਾਂ ਇਹੋ ਜਿਹੀ ਸਿਕਿਉਰਿਟੀ ਏਜੰਸੀਆਂ ਦੇ ਐਸਟੈਬਲਿਸ਼ਮੈਂਟ ਨੇ ਉਹ ਨਿਸ਼ਾਨੇ ਹੇਠ ਹੋ ਸਕਦੇ ਨੇ ਦੇਸ਼ ਦਰੋਹੀ ਅਨਸਰਾਂ ਦੇ। ਸੋ ਐਡੀ ਜਦੋਂ ਸਪੈਸੀਫਿਕ ਇਨਪੁਟ ਸੀ ਉਸ ਤੋਂ ਬਾਅਦ ਇਹ ਹਮਲਾ ਹੋਇਆ ਤੇ ਗਨੀਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਜਾਨ ਦਾ ਉਹਦਾ ਨੁਕਸਾਨ ਨਹੀਂ ਹੋਇਆ ਕਿਉਂਕਿ ਕਰਮਚਾਰੀ ਉਸ ਵਕਤ ਸਰਹਾਲੀ ਥਾਣੇ ਦੇ ਵਿੱਚ ਮੌਜੂਦ ਸਨ ਪੁਲਿਸ ਦੇ। ਲੇਕਿਨ ਦੱਸਿਆ ਜਾਂਦਾ ਕਿ ਆਊਟਰ ਗ੍ਰਿਲ ਦੇ ਉੱਤੇ ਟਕਰਾ ਕੇ ਇਹ ਜਿਹੜਾ ਆਰਪੀਜੀ ਦਾ ਸ਼ੈਲ ਸੀ ਉਹ ਡਿਫਲੈਕਟ ਹੋ ਕੇ ਸਾਂਝ ਕੇਂਦਰ ਜੋ ਕਿ ਬੰਦ ਹੋ ਚੁੱਕਾ ਸੀ ਉਸ ਦੇ ਵਿੱਚ ਜਾ ਗਿਰਿਆ ਤੇ ਇਸ ਵਾਸਤੇ ਕੋਈ ਜ਼ਿਆਦਾ ਜਿਹੜਾ ਨੁਕਸਾਨ ਹੋਣੋਂ ਬਚ ਗਿਆ। ਲੇਕਿਨ ਇੱਕ ਬੜਾ ਵੱਡਾ ਸਵਾਲ ਤੇ ਬੜੀ ਵੱਡੀ ਚੁਣੌਤੀ, ਬੜਾ ਵੱਡਾ ਚੈਲੰਜ ਪੰਜਾਬ ਪੁਲਿਸ ਲਈ ਇਸ ਹਮਲੇ ਨੇ ਇੱਕ ਵਾਰ ਫੇਰ ਖੜਾ ਕੀਤਾ ਹੈ ਕਿਉਂਕਿ 6 ਮਹੀਨੇ ਪਹਿਲਾਂ ਇਹ ਲੱਗ ਰਿਹਾ ਸੀ ਵੀ ਸ਼ਾਇਦ ਕੋਈ ਸੁਨੇਹਾ ਜਾਂ ਕੋਈ ਸੰਕੇਤ ਦੇਣ ਦੀਆਂ ਕੋਸ਼ਿਸ਼ਾਂ ਨੇ ਕੁਝ ਦੇਸ਼ ਵਿਰੋਧੀ ਅਨਸਰਾਂ ਵੱਲੋਂ ਵੰਗਾਰਨ ਦੀ ਕੋਸ਼ਿਸ਼ ਹੈ। ਜਦੋਂ ਇੰਟੈਲੀਜੈਂਸ ਦੇ ਹੈੱਡਕੁਆਟਰ ਉੱਤੇ ਉਸ ਵੱਡੀ ਬਿਲਡਿੰਗ ਉੱਤੇ ਹਮਲਾ ਕੀਤਾ ਤੇ ਉਸ ਹਮਲੇ ਦਾ ਮਾਇਨਾ ਬਹੁਤ ਜ਼ਿਆਦਾ ਸੀ। ਲੇਕਿਨ ਉਸ ਤੋਂ 6 ਮਹੀਨੇ ਬਾਅਦ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ ਤੇ ਉਸੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਥਾਣੇ ਹੋਣ, CIA ਦੇ ਸੈਂਟਰ ਹੋਣ, CIA ਆਫਿਸਿਸ ਹੋਣ, ਉਹ ਲਗਾਤਾਰ ਦੇਸ਼ ਵਿਰੋਧੀ ਅਨਸਰਾਂ ਦੇ ਜਾਂ ਕਹਿ ਲਈਏ ਕਿ ਗੈਂਗਸਟਰਾਂ ਦੇ ਨਿਸ਼ਾਨਿਆਂ ਦੇ ਉੱਤੇ ਹੈਗੇ ਨੇ। ਲੇਕਿਨ ਮੈਂ ਥੋੜ੍ਹੀ ਜਿਹੀ ਗੱਲ ਇਸ ਹਮਲੇ ਦੀ ਕਰਾਂਗਾ ਤੇ ਉਸ ਤੋਂ ਬਾਅਦ ਆਪਾਂ ਬ੍ਰੌਡਰ ਲਾਅ ਐਂਡ ਆਰਡਰ ਦੇ ਕੁਐਸਚਨ 'ਤੇ ਆਵਾਂਗੇ। ਸਰਹਾਲੀ ਦੇ ਵਿੱਚ ਜਿਹੜਾ ਹਮਲਾ ਹੋਇਆ ਹੈ ਇਹ ਹਮਲੇ ਦੇ ਪਿੱਛੇ ਕੌਣ ਹੈ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਹੈ। ਆਉਣ ਵਾਲੇ ਕੁਝ ਹੋ ਸਕਦਾ ਹੈ ਦਿਨਾਂ ਦੇ ਵਿੱਚ ਇਹ ਚੀਜ਼ਾਂ ਕਲੀਅਰ ਹੋਣ ਕਿਉਂਕਿ ਜ਼ਿੰਮੇਵਾਰੀ ਇਸ ਦੀ ਕਿਸੇ ਨੇ ਉਸ ਤਰੀਕੇ ਦੇ ਨਾਲ ਖੁੱਲ੍ਹ ਕੇ ਨਹੀਂ ਲਈ। ਹਾਂ, ਗੁਰਪਤਵੰਤ ਪੰਨੂ ਵਰਗਿਆਂ ਦੀ ਕੁਝ ਜ਼ਿੰਮੇਵਾਰੀਆਂ ਲਈਆਂ ਹੋਈਆਂ ਨੇ ਲੇਕਿਨ ਉਹਨਾਂ ਜ਼ਿੰਮੇਵਾਰੀਆਂ ਨੂੰ ਕਿੰਨਾ ਕੁ ਮੰਨਿਆ ਜਾ ਸਕਦਾ ਹੈ। ਹੁਣ ਗੁਰਪਤਵੰਤ ਪੰਨੂ ਵਰਗੇ ਜਿਹੜੇ ਅਨਸਰ ਹੈਗੇ ਨੇ ਵਿੱਚ ਗੱਲਾਂ ਇਹੋ ਜਿਹੀਆਂ ਵੀ ਕਰ ਦਿੰਦੇ ਨੇ, ਵੱਡੇ ਹਿੰਸਕ ਹਮਲਿਆਂ ਦੀ ਵੀ ਜ਼ਿੰਮੇਵਾਰੀਆਂ ਲੈ ਲੈਂਦੇ ਨੇ, ਜਦੋਂ ਕਿ ਇਹ ਲੋਕ ਹਮੇਸ਼ਾ ਕਹਿੰਦੇ ਰਹੇ ਨੇ ਕਿ ਅਸੀਂ ਤਾਂ ਜੀ ਇੱਕ ਲੜਾਈ ਨੂੰ ਇੱਕ ਵੱਖਰੇ ਲੈਵਲ ਦੇ ਉੱਤੇ ਡਿਪਲੋਮੈਟਿਕ ਪੱਧਰ ਦੇ ਉੱਤੇ ਲੜ ਰਹੇ ਹਾਂ, ਯੂਨਾਈਟਿਡ ਨੇਸ਼ਨਸ ਦੇ ਉੱਤੇ ਲੜ ਰਹੇ। ਫਿਰ ਅਜਿਹੇ ਜਿਹੜੇ ਹਮਲਿਆਂ ਤੋਂ ਬਾਅਦ ਜ਼ਿੰਮੇਵਾਰੀਆਂ ਲੈਣ ਦਾ ਕੋਈ ਜ਼ਿਆਦਾ ਮੂੰਹ ਸਿਰ ਪੈਰ ਹੈ ਨਹੀਂ। ਸੋ ਪਰ ਗੁਰਪਤਵੰਤ ਪੰਨੂ ਵਰਗਿਆਂ ਨੂੰ ਤਾਂ ਮੈਂ ਆਊਟਰਾਈਟਲੀ ਡਿਸਮਿਸ ਕਰਨਾ ਚਾਹਾਂਗਾ ਘੱਟੋ ਘੱਟ ਇਸ ਵਾਰਦਾਤ ਦੇ ਪੱਖੋਂ, ਕਿਉਂਕਿ ਇਹ ਧਿਆਨ ਭਟਕਾਉਣ ਦਾ, ਏਜੰਸੀਆਂ ਦਾ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਸਕਦੀਆਂ ਨੇ ਕਿਉਂਕਿ ਗੈਂਗਸਟਰ ਤੇ ਕ੍ਰਿਮੀਨਲ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਅਕਸਰ ਵਰਤਦੇ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਕਿਉਂਕਿ ਜਿਹੜੀ ਤਰਨਤਾਰਨ ਦੀ ਜੋਗਰਾਫੀ ਹੈ ਜਾਂ ਉੱਥੋਂ ਦੇ ਇਲਾਕੇ ਦੇ ਵਿੱਚ ਜਿਹੜੇ ਗੈਂਗਸਟਰ ਜਾਂ ਜਿਹੜੇ ਐਂਟੀ ਨੈਸ਼ਨਲ ਐਲੀਮੈਂਟ ਐਕਟਿਵ ਨੇ, ਆਪਾਂ ਨੂੰ ਇਹ ਦੇਖਣਾ ਪੈਣਾ ਕਿ ਅਜਿਹਾ ਹਮਲਾ ਕੀ ਉਹਨਾਂ ਵੱਲੋਂ ਕਰਾਇਆ ਗਿਆ ਹੋ ਸਕਦਾ ਹੈ। ਤੇ ਮੇਰਾ ਪਾਸ ਸਿੱਧੇ ਤਰੀਕੇ ਦੇ ਨਾਲ ਲਖਵੀਰ ਸਿੰਘ ਲੰਡਾ ਹਰੀਕੇ ਦੇ ਉੱਤੇ ਆਉਂਦਾ ਹੈ ਕਿਉਂਕਿ ਤਰਨਤਾਰਨ ਪੱਟੀ ਦੀ ਬੈਲਟ ਦੇ ਵਿੱਚ ਲਖਵੀਰ ਲੰਡਾ ਹਰੀਕੇ ਐਕਟਿਵ ਹੀ ਨਹੀਂ ਬਲਕਿ ਉਸ ਦੀਆਂ ਵਾਰਦਾਤਾਂ, ਰੀਸੈਂਟ ਵਾਰਦਾਤਾਂ ਐਜ਼ ਅਰਲੀ ਐਜ਼ ਲਾਸਟ ਮੰਥ, ਪਿਛਲੇ ਹਫ਼ਤੇ ਦੀਆਂ ਜਾਂ ਪਿਛਲੇ ਮਹੀਨੇ ਦੀਆਂ ਵੀ ਬਥੇਰੀਆਂ ਅਜਿਹੀਆਂ ਵਾਰਦਾਤਾਂ ਨੇ ਜਿੱਥੋਂ ਕਿ ਇਹ ਲੱਗਦਾ ਇਸ਼ਾਰਾ ਹੁੰਦਾ ਹੈ ਕਿ ਲਖਵੀਰ ਸਿੰਘ ਲੰਡਾ ਹਰੀਕੇ ਅਜਿਹੀ ਕਿਸੇ ਵਾਰਦਾਤ ਪਿੱਛੇ ਇਨਵੋਲਵ ਹੋ ਸਕਦਾ। ਹਾਲਾਂਕਿ ਇਸ ਦੀ ਨਾ ਤਾਂ ਜ਼ਿੰਮੇਵਾਰੀ ਉਸਨੇ ਖੁਦ ਲਈ ਹੈ, ਨਾ ਕੋਈ ਉਸਨੇ ਸੋਸ਼ਲ ਮੀਡੀਆ ਪੋਸਟ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਪਾਈ ਹੈ ਤੇ ਨਾ ਹੀ ਇਸ ਕੇਸ ਦੇ ਵਿੱਚ ਹਲੇ ਤੱਕ ਪੁਲਿਸ ਨੇ ਉਸ ਨੂੰ ਰਡਾਰ 'ਤੇ ਤਾਂ ਉਹ ਹੈ, ਲੇਕਿਨ ਪੁਲਿਸ ਵੱਲੋਂ ਵੀ ਹਜੇ ਇਸ ਚੀਜ਼ ਦੀ ਤਸਦੀਕ ਕੀਤੀ ਜਾ ਰਹੀ ਹੈ ਕਿ ਕੀ ਲਖਵੀਰ ਸਿੰਘ ਹਰੀਕੇ ਦੇ ਹੀ ਕੁਝ ਗੈਂਗਸਟਰ ਨੇ ਜੋ ਕਿ ਇਸ ਵਾਰਦਾਤ ਦੇ ਪਿੱਛੇ ਹੋ ਸਕਦੇ ਨੇ। ਕਿਉਂਕਿ ਇਹ ਜਿਹੜਾ ਹਮਲਾ ਹੈ ਇਸ ਦੇ ਪਿੱਛੇ ਇੱਕ ਚੀਜ਼ ਸਮਝਣ ਦੀ ਲੋੜ ਹੈਗੀ ਕਿ ਜਿਹੜਾ ਸਰਹਾਲੀ ਪਿੰਡ ਪੈਂਦਾ ਹੈ ਜਾਂ ਸਰਹਾਲੀ ਦਾ ਇਲਾਕਾ ਥਾਣਾ ਪੈਂਦਾ ਹੈ, ਇਹ ਟ੍ਰੈਡੀਸ਼ਨਲੀ ਹਰਵਿੰਦਰ ਸਿੰਘ ਰਿੰਦਾ ਹਰੀਕੇ ਬੇਸਿਕਲੀ ਤਰਨਤਾਰਨ ਦਾ ਰਹਿਣ ਵਾਲਾ ਤੇ ਮੰਨਿਆ ਇਹ ਵੀ ਜਾਂਦਾ ਹੈ ਕਿ ਸਰਹਾਲੀ ਹੀ ਉਸ ਦਾ ਪਿੰਡ ਵੀ ਰਿਹਾ। ਇੱਥੋਂ ਦੇ ਥਾਣਿਆਂ ਦੇ ਵਿੱਚ ਹੀ ਜਿਹੜੀ ਮੁਕੱਦਮੇਬਾਜ਼ੀ ਹੈ, ਕਈ ਸ਼ੁਰੂਆਤੀ ਜਿਹੜੇ ਪਰਚੇ ਹੋਏ ਨੇ ਹਰਵਿੰਦਰ ਰਿੰਦੇ ਦੇ ਉਹ ਇਸੇ ਇਲਾਕੇ ਤੋਂ ਨੇ। ਸੋ ਹਰਵਿੰਦਰ ਰਿੰਦੇ ਦੇ ਮਰਨ ਦੀਆਂ ਜਦੋਂ ਖਬਰਾਂ ਆਉਂਦੀਆਂ ਨੇ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਤੇ ਉਸ ਨੂੰ ਲੈ ਕੇ ਅੰਡਰਵਰਲਡ ਦੇ ਵਿੱਚ ਇੱਕ ਜੰਗ ਛਿੜ ਗਈ। ਉਹ ਜਿਹੜੀ ਜੰਗ ਕਿਵੇਂ ਛਿੜੀ, 25 ਨਵੰਬਰ ਨੂੰ ਇੱਕ ਕਾਨਫਰੰਸ ਕਾਲ ਹੁੰਦੀ ਹੈ ਜਿਸ ਵਿੱਚ ਗੋਲਡੀ ਬਰਾੜ, ਲਖਵੀਰ ਸਿੰਘ ਲੰਡਾ ਹਰੀਕੇ ਹੁੰਦਾ ਹੈ ਤੇ ਦੂਸਰੇ ਪਾਸੇ ਕੁਝ ਹੋਰ ਗੈਂਗਸਟਰ ਹੁੰਦੇ ਨੇ। ਉਹ ਮੈਂ ਇੱਕ ਅਲੱਗ ਰਿਪੋਰਟ ਬਣਾਵਾਂਗਾ, ਉਸ ਰਿਪੋਰਟ ਦੇ ਸੰਦਰਭ ਵਿੱਚ ਤੁਹਾਨੂੰ ਦੱਸਾਂਗੇ ਵੀ ਉਸ ਰਿਪੋਰਟ ਉਸ ਜਿਹੜੀ ਕਾਨਫਰੰਸ ਕਾਲ ਹੁੰਦੀ ਹੈ
ਉਸ ਦੇ ਵਿੱਚ ਲੱਕੀ ਪਟਿਆਲ ਵੀ ਹੁੰਦਾ ਤੇ ਕੁਝ ਦਵਿੰਦਰ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਸ਼ਾਮਲ ਸੀ। ਉਸ ਪੂਰੀ ਦੀ ਪੂਰੀ ਕਾਨਫਰੰਸ ਕਾਲ ਦੇ ਵਿੱਚ ਕੀ ਹੋਇਆ, ਇਹ ਇੱਕ ਅਲੱਗ ਰਿਪੋਰਟ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ, ਕਿਉਂਕਿ ਵੇਰਵੇ ਸਹਿਤ ਜਾਣਕਾਰੀ ਤੁਹਾਨੂੰ ਦਾਂਗੇ। ਲੇਕਿਨ ਹੁਣ ਜਿਹੜੀ ਗੱਲ ਇਸ ਹਮਲੇ ਦੇ ਨਾਲ ਜੁੜਦੀ ਦੇਖਦੇ ਹਾਂ ਆਪਾਂ, ਉਹ ਇਹ ਹੈ ਕਿ ਤਰਨਤਾਰਨ ਸਰਹਾਲੀ ਹਰਵਿੰਦਰ ਰਿੰਦੇ ਦਾ ਇਲਾਕਾ ਸੀ ਕਿਸੇ ਟਾਈਮ। ਹਾਲਾਂਕਿ ਉਹਨੇ ਜ਼ਿਆਦਾਤਰ ਜਿਹੜਾ ਕ੍ਰਾਈਮ ਤਾਂ ਮਹਾਰਾਸ਼ਟਰ ਨਾਂਦੇੜ ਵਾਲੇ ਪਾਸੇ ਜਾ ਕੇ ਕੀਤਾ, ਲੇਕਿਨ ਤਰਨਤਾਰਨ ਦੇ ਵਿੱਚ ਉਸ ਦੇ ਖਿਲਾਫ ਕੇਸ ਸੀ ਤੇ ਬਾਅਦ ਦੇ ਵਿੱਚ ਉਸ ਦਾ ਜਿਹੜਾ ਮੇਨ ਪ੍ਰੋਟੀਜ ਜਿਸ ਨੂੰ ਲੰਡਾ ਹਰੀਕੇ ਮੰਨਿਆ ਜਾਂਦਾ ਹੈ, ਉਹ ਤਰਨਤਾਰਨ ਵਿੱਚ ਹੀ ਐਕਟਿਵ ਹੈ। ਤੇ ਇੱਕ ਜਿਹੜਾ ਸਟੈਂਪ ਹੁੰਦੀ ਹੈ ਜਿਸ ਨੂੰ ਕਹਿੰਦੇ ਨਾ ਫੁੱਟਪ੍ਰਿੰਟ, ਇਸ ਪੂਰੇ ਦੇ ਪੂਰੇ ਹਮਲੇ ਉੱਤੇ ਹਰਵਿੰਦਰ ਰਿੰਦੇ ਦਾ ਹੈ। ਹੁਣ ਹਰਵਿੰਦਰ ਰਿੰਦਾ ਮੰਨਿਆ ਜਾ ਰਿਹਾ ਕਿ ਮਾਰਿਆ ਜਾ ਚੁੱਕਾ ਹੈ। ਉਹ ਪਾਕਿਸਤਾਨ ਦੇ ਵਿੱਚ ਕਿਸੇ ਮਿਲਟਰੀ ਹਸਪਤਾਲ ਦੇ ਵਿੱਚ ਦਮ ਤੋੜ ਜਾਂਦਾ ਹੈ। ਉਸ ਦੀ ਤਬੀਅਤ ਖਰਾਬ ਸੀ ਕਿਡਨੀ ਦੀ ਬਿਮਾਰੀ ਦੇ ਕਰਕੇ, ਜਾਂ ਫਿਰ ਵਿਰੋਧੀ ਗੈਂਗਸ ਦੇ ਆਪਾਂ ਜੇ ਦਾਅਵੇ ਮੰਨੀਏ ਤਾਂ ਉਹਨਾਂ ਨੇ ਡਰੱਗ ਓਵਰਡੋਜ਼ ਕਰਕੇ ਹਰਵਿੰਦਰ ਰਿੰਦੇ ਨੂੰ ਮਾਰਤਾ। ਲੇਕਿਨ ਹਰਵਿੰਦਰ ਰਿੰਦੇ ਦੀ ਤੇ ਜਿਉਂਦੇ ਹੋਣ ਦੀ ਤੇ ਉਸ ਦੀ ਮੌਤ ਦੀ ਜਾਂ ਉਸ ਦੀ ਹੱਤਿਆ ਦੀ ਕੋਈ ਵੀ ਪੁਸ਼ਟੀ ਕਿਸੇ ਵੀ ਹਲਕੇ ਤੋਂ ਨਾ ਹੋਈ ਸੀ, ਨਾ ਹੋਣ ਦੀ ਸੰਭਾਵਨਾ ਹੈ, ਅਨਲੈਸ ਅੰਟਿਲ ਖੁਦ ਜਿਉਂਦਾ ਹੋਵੇ ਹਰਵਿੰਦਰ ਰਿੰਦਾ ਤੇ ਆ ਕੇ ਕਹੇ ਕਿ ਮੈਂ ਤਾਂ ਜਿਉਂਦਾ ਹੈ, ਕਿਉਂਕਿ ਉਸ ਉੱਤੇ ਬੜਾ ਵੱਡਾ ਵਿਵਾਦ ਹੈ ਤੇ ਅੰਡਰਵਰਲਡ ਦੇ ਵਿੱਚ ਇੱਕ ਘਮਾਸਾਨ ਜਿਹੜਾ ਹੈਗਾ ਉਹ ਛਿੜਿਆ ਪਿਆ ਹੈ ਹਰਵਿੰਦਰ ਰਿੰਦੇ ਦੇ ਜਿਉਂਦੇ ਹੋਣ ਜਾਂ ਉਸਦੇ ਮਰੇ ਹੋਣ ਨੂੰ ਲੈ ਕੇ। ਕੋਈ ਕੁਝ ਗੈਂਗਸਟਰ ਤਾਂ ਇਹ ਦਾਅਵਾ ਕਰ ਰਹੇ ਨੇ ਕਿ ਹਰਵਿੰਦਰ ਰਿੰਦਾ ਮਰ ਚੁੱਕਾ, ਉਹਨਾਂ ਨੇ ਤਾਂ ਜ਼ਿੰਮੇਵਾਰੀ ਲੈ ਲਈ ਹੈ ਉਸਦੀ ਵੀ ਅਸੀਂ ਉਸ ਨੂੰ ਓਵਰਡੋਜ਼ ਕਰਕੇ ਦੇ ਕੇ ਮਾਰਿਆ। ਲੇਕਿਨ ਲਖਵੀਰ ਸਿੰਘ ਲੰਡਾ ਹਰੀਕੇ ਤੇ ਗੋਲਡੀ ਬਰਾੜ ਵਰਗੇ ਗੈਂਗਸਟਰ, ਜਿਵੇਂ ਮੇਰੇ ਨਾਲ ਵੀ ਜਿਹੜੀ ਆਖਰੀ ਕੰਟੈਕਟ ਹੋਇਆ ਉਹਨਾਂ ਦਾ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਹਰਵਿੰਦਰ ਰਿੰਦਾ ਜਿਉਂਦਾ ਤੇ ਚੜ੍ਹਦੀ ਕਲਾ 'ਚ ਹੈ। ਤੇ ਉਸ ਤੋਂ ਬਾਅਦ ਇਹ ਹਮਲਾ ਕੀਤਾ ਜਾਂਦਾ ਹੈ ਤਰਨਤਾਰਨ ਦੇ ਵਿੱਚ ਸਰਹਾਲੀ ਥਾਣੇ ਦੇ ਉੱਤੇ, ਉਹ ਇਲਾਕਾ ਜਿੱਥੇ ਕਿ ਹਰਵਿੰਦਰ ਰਿੰਦਾ ਦੇ ਖਿਲਾਫ ਪਰਚੇ ਵੀ ਰਜਿਸਟਰ ਰਹੇ ਨੇ, ਉਸ ਦਾ ਇਲਾਕਾ ਮੰਨਿਆ ਵੀ ਗਿਆ ਤੇ ਲਖਵੀਰ ਲੰਡਾ ਤਾਂ ਅੱਜ ਵੀ ਉਸ ਇਲਾਕੇ ਦੇ ਵਿੱਚ ਆਪਣੇ ਗੈਂਗਸਟਰਾਂ ਦੇ ਜ਼ਰੀਏ ਕਾਫੀ ਜ਼ਿਆਦਾ ਐਕਟਿਵ ਹੈ। ਸੋ ਕੀ ਇਹ ਹਮਲਾ ਇੱਕ ਹੁਣ ਇੱਥੇ ਇੱਕ ਬਾਈਨਰੀ ਆ ਜਾਂਦੀ ਹੈ, ਕਿਉਂਕਿ ਜਦ ਤੱਕ ਅਸਲ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਤਦ ਤੱਕ ਆਪਾਂ ਇੱਕ ਅਨੁਮਾਨ ਲਗਾ ਸਕਦੇ, ਇੱਕ ਅੰਦਾਜ਼ਾ ਲਗਾ ਸਕਦੇ ਹਾਂ। ਤੇ ਇੱਕ ਅੰਦਾਜ਼ਾ ਫੇਅਰਲੀ ਜਿਹੜੇ ਤੱਥ ਆਪਣੇ ਸਾਹਮਣੇ ਨੇ ਉਹਨਾਂ ਦੇ ਬੇਸ ਉੱਤੇ ਹੀ ਲੱਗਦਾ ਹੈ ਤੇ ਉਹ ਕਾਫੀ ਹੱਦ ਤੱਕ ਉਹ ਸਾਡੀ ਸਮਝ ਨੂੰ ਇੱਕ ਪੁਖਤਾ ਕਰਨ ਦੇ ਵਿੱਚ ਵੀ ਸਹਾਈ ਸਾਬਤ ਹੋ ਸਕਦਾ ਹੈ। ਉਹ ਇਹ ਹੈ ਕਿ ਕੀ ਹਰਵਿੰਦਰ ਰਿੰਦੇ ਦੇ ਜਿਉਂਦੇ ਹੋਣ ਦੀ ਜਾਂ ਉਸ ਦੇ ਐਕਟਿਵ ਹੋਣ ਦਾ ਇਸ਼ਾਰਾ ਜਾਂ ਇੱਕ ਮੈਸੇਜ ਭੇਜਣ ਲਈ ਇਹ ਹਮਲਾ ਕਰਾਇਆ ਗਿਆ ਹੋ ਸਕਦਾ ਹੈ। ਤੇ ਇਹ ਇਸ ਲਈ ਸਰਹਾਲੀ ਦਾ ਹੀ ਪੁਲਿਸ ਸਟੇਸ਼ਨ ਕਿਉਂ ਚੁਣਿਆ ਗਿਆ, ਤਰਨਤਾਰਨ ਜ਼ਿਲ੍ਹਾ ਹੀ ਕਿਉਂ ਚੁਣਿਆ ਗਿਆ। ਹਾਲਾਂਕਿ ਕੁਝ ਅਖਬਾਰਾਂ ਨੇ ਲਿਖਿਆ ਕਿ ਤਰਨਤਾਰਨ ਦੇ ਜਿਹੜੇ ਨਵੇਂ ਐਸਐਸਪੀ ਬਣੇ ਨੇ ਗੁਰਮੀਤ ਸਿੰਘ ਚੌਹਾਨ, ਮੈਂ ਪਹਿਲਾਂ ਵੀ ਜ਼ਿਕਰ ਉਹਨਾਂ ਦਾ 2-3 ਰਿਪੋਰਟਸ ਦੇ ਵਿੱਚ ਕੀਤਾ ਹੈ ਕਿ ਤਰਨਤਾਰਨ ਪੰਜਾਬ ਦਾ ਇੱਕ ਵਾਹਦ ਅਜਿਹਾ ਜ਼ਿਲ੍ਹਾ ਹੈ ਮੋਗੇ ਤੋਂ ਬਾਅਦ ਜਿਸ ਦੇ ਵਿੱਚ ਇਸ ਵਕਤ ਸਭ ਤੋਂ ਜ਼ਿਆਦਾ ਆਰਗੇਨਾਈਜ਼ਡ ਕ੍ਰਾਈਮ ਉੱਤੇ ਕੰਮ ਕਰਨ ਦੀ ਲੋੜ ਹੈ। ਤੇ ਉਸ ਤੋਂ ਬਾਅਦ ਗੁਰਮੀਤ ਚੌਹਾਨ ਦਾ ਇਸ ਜ਼ਿਲ੍ਹੇ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਬਤੌਰ ਐਸਐਸਪੀ। ਸੋ ਕੀ ਇੱਕ ਨਵੇਂ ਬਣੇ ਐਸਐਸਪੀ ਨੂੰ ਸਿੱਧਾ ਹੀ ਵੰਗਾਰਨ ਦੇ ਮਕਸਦ ਦੇ ਨਾਲ ਇਹਨਾਂ ਗੈਂਗਸਟਰਾਂ ਜਾਂ ਇਹਨਾਂ ਕ੍ਰਿਮੀਨਲਸ ਵੱਲੋਂ ਹਰਕਤ ਕੀਤੀ ਗਈ? ਹਾਂ ਵੀ ਹੋ ਸਕਦਾ, ਇਹਦਾ ਜਵਾਬ ਨਾ ਵੀ ਹੋ ਸਕਦਾ, ਲੇਕਿਨ ਇੱਕ ਸੰਭਾਵਨਾ ਘੱਟ ਲੱਗਦੀ ਹੈ ਕਿਉਂਕਿ ਗੁਰਮੀਤ ਸਿੰਘ ਚੌਹਾਨ ਦਾ ਇੱਕ ਬੜਾ ਹੀ ਜਿਸ ਨੂੰ ਕਹਿ ਸਕਦੇ ਹਾਂ ਇੱਕ ਬੜੀ ਡਿਫਰੈਂਟ ਇਮੇਜ ਹੈ ਤੇ ਬੜੇ ਸਖਤ ਅਫਸਰ ਦੇ ਰੂਪ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ। ਸੋ ਇਹਦਾ ਇੱਕ ਜਿਹੜਾ ਬ੍ਰੌਡਰ ਰੀਜ਼ਨ ਮੈਂ ਦੇਖਦਾ ਕਿ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ, ਇਹ ਵੀ ਮੈਸੇਜ ਭੇਜਿਆ ਗਿਆ ਹੋ ਸਕਦਾ ਹੈ, ਭੇਜਣ ਦੀ ਕੋਸ਼ਿਸ਼ ਕੀਤੀ ਗਈ ਕਿ ਐਸਐਸਪੀ ਜਿਹੜਾ ਮਰਜ਼ੀ ਆਵੇ, ਜਿੰਦਾ ਮਰਜ਼ੀ ਸਖਤ ਹੋਵੇ, ਲੇਕਿਨ ਜਿਨ੍ਹਾਂ ਨੇ ਆਪਣਾ ਕੰਮ ਕਰਨਾ ਉਹ ਕਰਕੇ ਜਾਣਗੇ। ਲੇਕਿਨ ਬ੍ਰੌਡਰ ਜਿਹੜਾ ਮੈਨੂੰ ਮੈਸੇਜ ਭੇਜਣ ਦੀ ਕੋਸ਼ਿਸ਼ ਇਸ ਹਮਲੇ ਦੇ ਪਿੱਛੇ ਲੱਗ ਰਹੀ ਹੈ ਉਹ ਇਹ ਹੈ ਕਿ ਉਹ ਜਿਹੜੇ ਗੈਂਗਸਟਰ ਗੋਲਡੀ ਬਰਾੜ, ਲੰਡੇ ਹਰੀਕੇ ਜਾਂ ਕੁਝ ਉਹਨਾਂ ਦੇ ਨਾਲ ਦੇ ਗੈਂਗਸਟਰ, ਲਖਵੀਰ ਲੰਡਾ ਜਾਂ ਹਰਵਿੰਦਰ ਰਿੰਦੇ ਵਰਗੇ ਲੋਕ, ਹਰਵਿੰਦਰ ਰਿੰਦਾ ਜੇ ਜਿਉਂਦਾ ਹੈ ਤਾਂ ਫਿਰ ਉਹ ਅਜੇ ਵੀ ਐਕਟਿਵ ਹੈ। ਲੇਕਿਨ ਦੂਸਰਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਵੱਲੋਂ ਹਾਲੇ ਤੱਕ ਜ਼ਿੰਮੇਵਾਰੀਆਂ ਕਿਉਂ ਨਹੀਂ ਲਈਆਂ, ਜਾਂ ਲਖਵੀਰ ਲੰਡੇ ਨੇ ਘੱਟੋ ਘੱਟ ਜ਼ਿੰਮੇਵਾਰੀ ਆਪਣੇ ਵੱਲੋਂ ਹਜੇ ਤੱਕ ਕਿਉਂ ਨਹੀਂ ਲਈ। ਲੇਕਿਨ ਉਹਨਾਂ ਦਾ ਇੱਕ ਜਿਹੜਾ ਮਕਸਦ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਹਮਲਿਆਂ ਦੇ ਜ਼ਰੀਏ ਇੱਕ ਸੁਨੇਹਾ ਜਿਹੜਾ ਹੈ ਭੇਜਿਆ ਜਾਵੇ ਕਿ ਹਰਵਿੰਦਰ ਰਿੰਦੇ ਦੀ ਜਿਹੜੀ ਮਰਨ ਦੀਆਂ ਖਬਰਾਂ ਜਾਂ ਉਸ ਦੀ ਹੱਤਿਆ ਦੀਆਂ ਖਬਰਾਂ ਵਿਰੋਧੀ ਗੈਂਗਸ ਵੱਲੋਂ ਨਸ਼ਰ ਕੀਤੀਆਂ ਗਈਆਂ ਜਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਲਈ ਗਈ, ਮੀਡੀਆ ਦੇ ਵਿੱਚੋਂ ਬੜੇ ਵੱਡੇ ਪੱਧਰ ਉੱਤੇ ਖਬਰ ਚੱਲੀ ਗਈ, ਉਹ ਸਾਰੀ ਦੀ ਸਾਰੀਆਂ ਜਾਣਕਾਰੀਆਂ ਉਹ ਸਹੀ ਨਹੀਂ ਸੀ ਤੇ ਹਰਵਿੰਦਰ ਰਿੰਦਾ ਅਜੇ ਵੀ ਜਿਉਂਦਾ ਹੈ, ਅੰਡਰਗਰਾਊਂਡ ਹੈ, ਐਕਟਿਵ ਹੈ। ਹਾਲਾਂਕਿ ਹਰਵਿੰਦਰ ਰਿੰਦਾ ਕਿੱਥੇ ਹੈ, ਕਿੱਥੇ ਨਹੀਂ ਹੈ, ਜਿਉਂਦਾ ਹੈ, ਨਹੀਂ ਹੈ, ਇਹ ਚੀਜ਼ ਬਾਰੇ ਹਲੇ ਕੋਈ ਕਲੈਰਿਟੀ ਨਹੀਂ ਹੈ। ਲੇਕਿਨ ਮੈਂ ਪਹਿਲਾਂ ਇਸ਼ਾਰਾ ਕੀਤਾ ਕਿ ਅੰਡਰਵਰਲਡ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ। ਹੁਣ ਦੂਸਰਾ ਜਿਹੜਾ ਵੱਡਾ ਐਸਪੈਕਟ ਇਹ ਹੈ ਕਿ ਇਸ ਚੀਜ਼ ਦੇ ਨਾਲ, ਇਹ ਕਰਨ ਦੇ ਨਾਲ ਸਾਬਤ ਕੀ ਹੁੰਦਾ ਹੈ, ਇਹਨਾਂ ਗੈਂਗਸਟਰਸ ਵੱਲੋਂ ਜੇ ਵਾਰਦਾਤ ਕੀਤੀ ਗਈ ਹੈ ਕਿ ਇਸ ਨੂੰ ਇਹਦਾ ਲਾਹਾ ਮਿਲਦਾ ਹੈ, ਲਾਹਾ ਕਿਸ ਸਥਿਤੀ ਦੇ ਵਿੱਚ ਮਿਲਦਾ ਹੈ, ਤੇ ਜੇ ਇਹੋ ਜਿਹੀ ਵਾਰਦਾਤ ਕਰਕੇ ਨਾਲ ਦੇ ਨਾਲ ਜ਼ਿੰਮੇਵਾਰੀ ਚੁੱਕੀ ਜਾਂਦੀ ਤਾਂ ਫਿਰ ਗੱਲ, ਕਿਉਂਕਿ ਛੋਟੀ-ਮੋਟੀਆਂ ਘਟਨਾਵਾਂ ਦੀ ਵੀ ਇਹ ਲੋਕ ਜ਼ਿੰਮੇਵਾਰੀ ਚੱਕ ਲੈਂਦੇ ਨੇ, ਕੋਈ ਮਰਡਰ ਹੋ ਗਿਆ, ਕੋਈ ਕੁਛ ਹੋ ਗਿਆ, ਨਾਲ ਦੇ ਨਾਲ ਇਸ ਚੀਜ਼ ਦੀ ਜਾਣਕਾਰੀ ਆਉਂਦੀ ਹੈ। ਲੇਕਿਨ ਇਸ ਵਾਰਦਾਤ ਦੀ ਜਿਹੜੀ ਹੈ ਜਾਣਕਾਰੀ
ਜਾਂ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਇਹਨਾਂ ਨੇ ਖੁਦ ਨਹੀਂ ਚੁੱਕੀ। ਲੇਕਿਨ ਉਹ ਵੱਡਾ ਸਵਾਲ ਇਹ ਖੜਾ ਹੁੰਦਾ ਲਾਅ ਐਂਡ ਆਰਡਰ ਨੂੰ ਲੈ ਕੇ, ਕਿਉਂਕਿ ਲੋਕ ਚਿੰਤਿਤ ਇਸ ਗੱਲ ਨੂੰ ਲੈ ਕੇ ਜਿਵੇਂ ਸ਼ਰੇਆਮ ਪੁਲਿਸ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ। ਕਿਉਂਕਿ ਦੇਖੋ ਤੁਸੀਂ ਬੀਤੇ 1 ਮਹੀਨੇ ਦੇ ਵਿੱਚ ਜਿੰਨੇ ਵੱਡੇ ਹਮਲੇ ਹੋਏ ਨੇ ਉਹ ਸਾਰੇ ਪੁਲਿਸ ਅਫਸਰਾਂ ਜਾਂ ਪੁਲਿਸ ਕਰਮਚਾਰੀਆਂ ਦੀ ਹਾਜ਼ਰੀ ਦੇ ਵਿੱਚ ਤੇ ਉਹਨਾਂ ਦੇ ਉੱਤੇ ਹੋਏ ਨੇ। ਆਪ ਪੁਲਿਸ ਸਟੇਸ਼ਨ ਦਾ ਹਮਲਾ ਲਾ ਲਓ, ਇਸ ਤੋਂ ਪਹਿਲਾਂ ਜਿਹੜਾ ਇੱਕ ਨਕੋਦਰ ਦਾ ਇੱਕ ਕੱਪੜਾ ਵਪਾਰੀ ਮਾਰਿਆ ਗਿਆ ਹੈ, ਉਸ ਦੇ ਨਾਲ ਇੱਕ ਹੋਰ ਪੁਲਿਸ ਮੁਲਾਜ਼ਮ ਜੋ ਕਿ ਸ਼ਹੀਦ ਹੋਇਆ, ਸਾਡਾ ਪੁਲਿਸ ਮੁਲਾਜ਼ਮ ਸੀ, ਉਹ ਵੀ ਸੁਰੱਖਿਆ ਦੇ ਸਾਏ ਹੇਠ ਸੀ। ਜਿਹੜਾ ਕੱਪੜਾ ਵਪਾਰੀ ਸੀ ਉਹ ਵੀ ਮਾਰਿਆ ਗਿਆ, ਉਹਦਾ ਗਨਮੈਨ ਵੀ ਮਾਰਿਆ ਗਿਆ। ਉਸ ਤੋਂ ਪਹਿਲਾਂ ਜਿਹੜਾ ਪ੍ਰਦੀਪ ਸਿੰਘ ਨੂੰ ਮਾਰਿਆ ਡੇਰੇ ਸੱਚੇ ਸੌਦੇ ਦਾ, ਉਸ ਦੇ ਨਾਲ ਗਨਮੈਨ ਸੀ, ਉਹ ਵੀ ਨਹੀਂ ਜਿਉਂਦਾ ਬਚ ਸਕਿਆ, ਉਸ ਨੂੰ ਵੀ ਮਾਰਤਾ ਗਿਆ। ਸੁਧੀਰ ਸੂਰੀ ਦਾ ਕੇਸ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਵੱਡੀ ਮਿਸਾਲ ਹੈ। ਤੇ ਪੰਜਾਬ ਪੁਲਿਸ ਦੇ ਉੱਤੇ ਜਾਂ ਉਸ ਦਾ ਜਿਹੜਾ ਸੁਰੱਖਿਆ ਘੇਰਾ ਇੱਕ ਜਿਹੜਾ ਬੜਾ ਵੱਡਾ ਇੱਕ ਮੈਂ ਤਾਂ ਕਹਾਂਗਾ ਕਿ ਵਹਿਮ ਜਿਹੜਾ ਲੋਕਾਂ ਨੂੰ ਸੀ ਵੀ ਸੁਰੱਖਿਆ ਲੈ ਲਓ ਵੱਡੀ 10-10 15-15 ਗਨਮੈਨ ਲੈ ਕੇ ਤੁਰੇ ਫਿਰੋ। ਖਾਸ ਕਰਕੇ ਕੁਝ ਅਜਿਹੇ ਹਿੰਦੂ ਕੱਟੜ ਹਿੰਦੂ ਲੀਡਰ ਜਿਹੜੇ ਕਿ ਇਸ ਤਰੀਕੇ ਦੀ ਬਿਆਨਬਾਜ਼ੀ, ਭੜਕਾਊ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਖੁਦ ਉਸ ਖਤਰੇ ਦੀ ਸਥਿਤੀ ਦੇ ਵਿੱਚ ਲਿਆ ਦਿੰਦੇ ਨੇ। ਫਿਰ ਉਹਨਾਂ ਨੂੰ ਸਿਕਿਉਰਿਟੀ ਚਾਹੀਦੀ ਹੈ, ਗਨਮੈਨ ਚਾਹੀਦੇ ਨੇ। ਉਹ ਲੀਡਰਾਂ ਦਾ ਵਹਿਮ ਤਾਂ ਕਾਫੀ ਹੱਦ ਤੱਕ ਦੂਰ ਹੋ ਚੁੱਕਾ ਹੈ ਸੁਧੀਰ ਸੂਰੀ ਦੇ ਨਾਲ। ਲੇਕਿਨ ਇਸ ਸਾਰੀ ਚੀਜ਼ ਦੇ ਵਿੱਚ ਇੱਕ ਜਿਹੜੀ ਅਨਫੋਰਚੂਨੇਟ ਚੀਜ਼ ਹੋਈ ਹੈ ਉਹ ਇਹ ਹੈ ਕਿ ਪੁਲਿਸ ਦਾ, ਪੰਜਾਬ ਪੁਲਿਸ ਦਾ ਜਿਹੜਾ ਆਪਣਾ ਮਿਆਰ ਹੈ, ਆਪਣਾ ਜਿਹੜਾ ਸਟੈਂਡਰਡ ਹੈ, ਜੋ ਕਿ ਪੰਜਾਬ ਦੇ ਵਿੱਚ ਵੱਖਵਾਦ ਦੀ ਉਸ ਲਹਿਰ ਤੋਂ ਬਾਅਦ ਐਡਾ ਵੱਡਾ ਲੈਵਲ ਬਣਿਆ ਦੇਸ਼ ਦੇ ਵਿੱਚ, ਕਿਸੇ ਵੀ ਸੂਬੇ ਤੋਂ ਅੱਤਵਾਦ ਨੂੰ, ਵੱਖਵਾਦ ਨੂੰ ਖਤਮ ਕਰਨ ਵਾਲੀ ਜਿਹੜੀ ਇਕਲੌਤੀ ਜੇ ਕੋਈ ਸੂਬਾ ਜਾਂ ਉਸ ਦੀ ਪੁਲਿਸ ਸੀ ਉਹ ਪੰਜਾਬ ਪੁਲਿਸ ਸੀ। ਲੇਕਿਨ ਉਸ ਪੰਜਾਬ ਪੁਲਿਸ ਦੀ ਅੱਜ ਸਥਿਤੀ ਕੀ ਹੋ ਚੁੱਕੀ ਹੈ ਕਿ ਉਸ ਦੀ ਵਰਦੀ ਦਾ, ਉਸ ਦੇ ਗਨਮੈਨਾਂ ਦਾ, ਉਸ ਦੇ ਹਥਿਆਰਾਂ ਦਾ, ਉਸ ਦੇ ਥਾਣਿਆਂ ਦਾ, ਉਸ ਦੇ ਇੰਟੈਲੀਜੈਂਸ ਹੈੱਡਕੁਆਟਰ ਦੀਆਂ ਬਿਲਡਿੰਗਾਂ ਦਾ ਕੋਈ ਡਰ ਇਹਨਾਂ ਗੈਂਗਸਟਰਾਂ ਨੂੰ, ਇਹਨਾਂ ਕ੍ਰਿਮੀਨਲਸ ਨੂੰ, ਇਹਨਾਂ ਦੇਸ਼ ਵਿਰੋਧੀ ਅਨਸਰਾਂ ਨੂੰ ਨਹੀਂ ਰਿਹਾ। ਸਭ ਤੋਂ ਵੱਡਾ ਸੈਟਬੈਕ ਤਾਂ ਇਹੀ ਹੈ। ਤੇ ਸਾਡੇ ਲਈ, ਆਮ ਪੰਜਾਬੀ ਲਈ ਵੀ ਬੜੀ ਵੱਡੀ ਚੁਣੌਤੀ ਇਹੀ ਹੈ ਕਿ ਹੁਣ ਜਿਹੜਾ ਆਦਮੀ ਸ਼ਖਸ ਪੰਜਾਬ ਦੇ ਵਿੱਚ ਰਹਿਣਾ ਚਾਹੁੰਦਾ ਹੈ, ਕੰਮਕਾਜ ਕਰਨਾ, ਕਾਰੋਬਾਰ, ਰੁਜ਼ਗਾਰ, ਵਪਾਰ ਜੋ ਵੀ ਕਰਨਾ ਚਾਹੁੰਦਾ ਹੈ, ਉਹ ਹੁਣ ਆਪਣੀ ਸੁਰੱਖਿਆ ਨੂੰ ਕਿਵੇਂ ਵੇਖੇ। ਤੇ ਇਹਨਾਂ ਏਜੰਸੀਆਂ ਦੀ, ਇਹਨਾਂ ਪੁਲਿਸ ਅਫਸਰਾਂ ਦੀ, ਇਹਨਾਂ ਕਰਮਚਾਰੀਆਂ ਦੀ, ਪੰਜਾਬ ਪੁਲਿਸ ਦੇ ਉਹਨਾਂ ਭਰੋਸਿਆਂ ਨੂੰ ਕਿਵੇਂ ਲਵੇ। ਪੰਜਾਬ ਦੇ DGP ਨੂੰ ਮੈਂ ਸੁਣ ਰਿਹਾ ਸੀ ਤੇ ਉਹ ਕਹਿ ਰਹੇ ਸੀ ਜੀ ਇਹ ਬੜਾ ਛੁਪ ਕੇ ਇਹਨਾਂ ਨੇ ਹਮਲਾ ਕੀਤਾ, ਜਿਹੜਾ ਸਰਹਾਲੀ ਪੁਲਿਸ ਸਟੇਸ਼ਨ ਵਾਲਾ ਜੀ ਰਾਤ ਦੇ ਹਨੇਰੇ 'ਚ ਛੁਪ ਕੇ ਕਾਹਦਾ ਹਮਲਾ ਕੀਤਾ। ਸ਼ਰੇਆਮ ਤਿੰਨ ਦਹਾੜੇ ਉਸ ਜਦੋਂ ਸੁਧੀਰ ਸੂਰੀ ਨੂੰ ਮਾਰਿਆ ਗਿਆ ਤੇ ਤੁਹਾਡੇ ਉੱਥੇ ਤਕਰੀਬਨ 25 ਤੋਂ 30 ਦੋ ਦਰਜਨ ਜੇ ਪੰਜਾਬ ਪੁਲਿਸ ਵਿਦ ਵੈਪਨ, ਆਟੋਮੈਟਿਕ ਅਸਾਲਟ ਵੈਪਨ ਵੀ ਜੇ ਉਹਨਾਂ ਸੁਰੱਖਿਆ ਘੇਰਿਆਂ ਦੇ ਵਿੱਚ ਵੀ ਲੋਕਾਂ ਦੇ ਉੱਤੇ ਹਮਲੇ ਹੋ ਗਏ ਤੇ ਉਹ ਲੋਕ ਮਰ ਗਏ ਉਹਨਾਂ ਹਮਲਿਆਂ ਦੇ ਵਿੱਚ ਤੇ ਕੋਈ ਕੁਝ ਕਰ ਨਹੀਂ ਪਾਇਆ ਮੌਕੇ ਦੇ ਉੱਤੇ, ਹੈ ਨਾ। ਸੋ ਉਹੋ ਜਿਹੀ ਸਥਿਤੀ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਤੁਸੀਂ ਹਮਲਿਆਂ ਦੀ ਲੜੀ ਦੇਖ ਲਓ ਤੇ ਪੰਜਾਬ ਦੇ DGP ਪਤਾ ਨਹੀਂ ਕਿਸ ਮੁਗਾਲਤੇ 'ਚ ਘੁੰਮਦੇ ਪਏ ਨੇ। ਸਿਰਫ ਉਹਨਾਂ ਨੂੰ ਲੱਗਦਾ ਵੀ ਬਿਆਨਬਾਜ਼ੀ ਕਰਕੇ ਜਾਂ ਮੀਡੀਆ ਦੇ ਵਿੱਚ ਗੱਲਾਂ ਕਰਕੇ ਲੋਕਾਂ ਦੇ ਵਿੱਚ ਕੌਨਫੀਡੈਂਸ ਜਿਹੜਾ ਹੌਸਲਾ ਹੈ ਉਹ ਫੂਕ ਦੇਣਗੇ। ਉਹਨਾਂ ਦੀ ਇੱਛਾ ਨੇ ਇੱਕ ਹੋ ਸਕਦੀ ਹੈ, ਉਹ ਚਾਹੁੰਦੇ ਨਹੀਂ ਕਿ ਪੰਜਾਬ ਦੇ ਵਿੱਚ ਪੈ ਦਾ ਸਹਿਮ ਦਾ ਮਾਹੌਲ ਹੋਵੇ। ਲੇਕਿਨ DGP ਸਾਹਿਬ ਨੂੰ ਇਹ ਸਮਝਣ ਦੀ ਲੋੜ ਹੈ ਵੀ ਤੁਹਾਡੇ ਐਕਸ਼ਨਸ ਨੇ ਐਂਡ ਤੁਹਾਡੇ ਜਿਹੜੇ ਕੰਮਕਾਜ ਨੇ ਉਹਨਾਂ ਨੇ ਜ਼ਿਆਦਾ ਬੋਲਣਾ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਪੰਜਾਬ ਪੁਲਿਸ ਕਾਰਵਾਈ ਨਹੀਂ ਕਰ ਰਹੀ, ਇਹਨਾਂ ਦੇ ਖਿਲਾਫ, ਗੈਂਗਸਟਰਾਂ ਦੇ ਖਿਲਾਫ ਧਰਪਕੜ ਵੀ ਹੋ ਰਹੀ ਹੈ। ਮੈਂ ਉੱਦਾਂ ਜ਼ਿਕਰ ਕੀਤਾ ਸੀ 10 AK-47 ਵਿਦਿਨ 24 ਆਵਰਸ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਪੁਲਿਸ ਨੇ ਆਪਰੇਸ਼ਨ ਕੀਤਾ। ਇੱਕ 15 ਕਿਲੋ 13 ਕਿਲੋ ਹੈਰੋਇਨ ਦੇ ਨਾਲ ਇੱਕ ਸਮਗਲਰ ਫੜਿਆ ਜਾਂਦਾ ਹੈ, ਗੈਂਗਸਟਰ ਫੜਿਆ ਜਾਂਦਾ ਹੈ ਤੇ ਉਸ ਤੋਂ ਜਿਹੜੀ ਇਨਪੁਟਸ ਮਿਲੀਆਂ ਤਾਂ 5 AK-47 ਦੋ ਅਲੱਗ ਆਪਰੇਸ਼ਨਾਂ ਦੇ ਵਿੱਚ ਪੰਜਾਬ ਪੁਲਿਸ ਨੇ ਫੜੀਆਂ। ਲਾਰੈਂਸ ਬਿਸ਼ਨੋਈ ਦੇ ਜਾਂ ਈਵਨ ਪੁੱਪੀ ਰਾਣੇ ਦੇ ਜਿਹੜੇ ਗੈਂਗਸਟਰਾਂ ਨੂੰ ਵੀ ਕਾਬੂ ਕੀਤਾ ਗਿਆ। ਇਹ ਸਾਰੀਆਂ ਚੀਜ਼ਾਂ ਪੈਰਲਲੀ ਚੱਲਦੀਆਂ ਪਈਆਂ ਨੇ। ਲੇਕਿਨ ਆਮ ਆਦਮੀ ਦੇ ਮਨ ਦੇ ਵਿੱਚ ਇਸ ਵਕਤ ਇੱਕ ਡਰ ਦਾ, ਭੈ ਦਾ ਮਾਹੌਲ ਹੈ ਤੇ ਪੰਜਾਬ ਪੁਲਿਸ ਦਾ ਜਿਹੜਾ ਅਕਸ ਹੈ ਉਹ ਨੀਵਾਂ ਜਾ ਰਿਹਾ ਹੈ। ਹੁਣ ਇਹਦੇ ਪਿੱਛੇ ਕਈ ਬੜੇ ਵੱਡੇ ਕਾਰਨ ਵੀ ਨੇ, ਕਿਉਂਕਿ ਸਾਡੇ ਪੁਲਿਸ ਅਫਸਰਾਂ ਨੂੰ ਆਪਣੀ ਅਹੁਦਿਆਂ ਤੇ ਆਪਣੀ ਖਾਨਾ ਜੰਗੀ ਤੋਂ ਫੁਰਸਤ ਹੋਵੇ ਤਾਂ ਉਹ ਸੂਬੇ ਦੇ ਵਿੱਚ ਇੱਕ ਸਹੀ ਲਾਅ ਐਂਡ ਆਰਡਰ ਦੀ ਸਥਿਤੀ ਵੱਲ ਧਿਆਨ ਦੇਣ। ਤੇ ਇਸ ਬਾਰੇ ਜੇ ਕਦੇ ਲੋੜ ਪਈ ਮੈਂ ਭਵਿੱਖ ਦੇ ਵਿੱਚ ਕੁਝ ਅਜਿਹੀਆਂ ਰਿਪੋਰਟਸ ਬਣਾਵਾਂਗਾ ਜੋ ਕਿ ਸਾਡੇ ਅਤੀਤ ਦੇ ਨਾਲ ਜ਼ਿਆਦਾ ਲੰਬਾ ਚੌੜਾ ਪਿੱਛੇ ਨਹੀਂ ਜਾਵਾਂਗੇ। 1-1.5 ਸਾਲ ਪਹਿਲਾਂ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਪੁਲਿਸ ਦੇ ਟੌਪ ਬਰਾਸ ਦੇ ਲੈਵਲ ਦੇ ਉੱਤੇ ਤੇ ਜੋ ਥੱਲੇ ਅੰਡਰ ਦਾ ਗਰਾਊਂਡ ਕੰਮ ਹੋ ਰਿਹਾ ਸੀਗਾ, ਉਹ ਚੀਜ਼ਾਂ ਨੂੰ ਰਿਲੇਟ ਕਰੇਗਾ ਤੇ ਬੜਾ ਵੱਡਾ ਸੈਂਸੇਸ਼ਨਲ ਐਕਸਪੋਜ਼ੇ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਜੇ ਉਸ ਦੀ ਨੌਬਤ ਆਈ। ਮੈਂ ਚਾਹੁੰਦਾ ਨਹੀਂ, ਮੈਂ ਕਦੇ ਨਹੀਂ ਚਾਹੁੰਦਾ, ਅੱਜ ਮੈਂ ਔਨ ਰਿਕਾਰਡ ਹੈ, ਮੈਂ ਨਹੀਂ ਚਾਹ ਰਿਹਾ ਕਿ ਉਹ ਰਿਪੋਰਟ ਮੈਨੂੰ ਨਸ਼ਰ ਕਰਨੀ ਪਏ। ਲੇਕਿਨ ਜੇ ਲੋੜ ਪਈ ਤਾਂ ਆਪਾਂ ਜ਼ਰੂਰ ਕਰਾਂਗੇ ਨਸ਼ਰ। ਹਾਂ, ਹੁਣ ਜਿਹੜੀ ਮੇਰੀ ਗੱਲ ਸੀ ਪੰਜਾਬ ਦੇ ਲਾਅ ਐਂਡ ਆਰਡਰ ਦੀ, ਹੁਣ ਮੈਂ ਤੁਹਾਨੂੰ ਇੱਥੇ ਇੱਕ ਵੀਡੀਓ ਕਲਿੱਪ ਵਿਖਾਉਣ ਲੱਗਾ ਹਾਂ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਜਿਹੜੇ ਦਾਅਵੇ ਪੰਜਾਬ ਦਾ DGP ਜਾਂ ਪੰਜਾਬ ਦੇ ਮੁੱਖ ਮੰਤਰੀ ਕਰਦੇ ਨੇ, ਠੀਕ ਹੈ, ਮੈਂ ਵੀ ਚਾਹੁੰਦਾ ਕਿ ਸਾਡੇ ਪੰਜਾਬ ਜਿਹੜੇ ਨਿਵਾਸੀ ਹੈਗੇ ਨੇ, ਕਿਉਂਕਿ ਲੈ ਦੇ ਕੇ ਆਮ ਆਦਮੀ ਕੋਲ ਸੁਰੱਖਿਆ ਜਿਹੜੀ ਹੈ ਜਾਂ ਉਸ ਦੀ ਜਿਹੜੀ ਹਿਫਾਜ਼ਤ ਹੈ ਉਹ ਪੁਲਿਸ ਨੇ ਕਰਨੀ ਹੈ। ਸਾਡਾ ਪੂਰਾ ਭਰੋਸਾ ਪੁਲਿਸ ਦੇ ਵਿੱਚ ਹੋਣਾ ਚਾਹੀਦਾ ਹੈ। ਸਾਨੂੰ ਪੁਲਿਸ ਨੇ ਹੀ ਇਨਸਾਫ ਦਿਵਾਉਣਾ ਹੈ। ਇਸ ਚੀਜ਼ ਦੇ ਵਿੱਚ ਕੋਈ ਦੋਰਾਮਾ ਨਹੀਂ। ਕੋਈ ਕਿਸੇ ਗੈਂਗਸਟਰ ਨੇ, ਕਿਸੇ ਕ੍ਰਿਮੀਨਲ ਨੇ ਆ ਕੇ ਕਿਸੇ ਆਮ ਆਦਮੀ ਬੰਦੇ ਦੀ ਹੱਥ ਨਹੀਂ, ਬਾਂਹ ਨਹੀਂ ਫੜਨੀ ਹੈ। ਸੋ ਅਲਟੀਮੇਟਲੀ ਇਟ ਇਜ਼ ਪੁਲਿਸ ਜਿਹਦੇ ਕੋਲ ਸਾਨੂੰ ਜਾਣਾ ਪੈਣਾ। ਲੇਕਿਨ ਪੁਲਿਸ ਦੇ ਆਪਣੇ ਮਿਆਰ ਕੀ ਨੇ? ਮੈਂ ਤੁਹਾਨੂੰ ਇੱਕ ਮੋਗੇ ਦਾ ਕਲਿੱਪ ਵਿਖਾ ਰਿਹਾ
ਗੈਂਗਸਟਰ ਅਰਸ਼ ਡਾਲਾ ਦਾ ਆਪਾਂ ਅਕਸਰ ਜ਼ਿਕਰ ਕੀਤਾ ਹੈ। ਉਸ ਦੇ ਵੱਲੋਂ ਰੰਗਦਾਰੀਆਂ, ਫਿਰੌਤੀਆਂ, ਵਸੂਲੀ ਦਾ ਜਿਹੜਾ ਪੂਰਾ ਬੜੇ ਵੱਡੇ ਪੱਧਰ ਦਾ ਜਿਹੜਾ ਨੈਕਸਸ ਕੰਮ ਧੰਦਾ ਚੱਲਦਾ ਪਿਆ, ਅਰਸ਼ ਡਾਲਾ, ਸੁੱਖਾ ਦੁਨੇਕੀ, ਲੰਡਾ ਹਰੀਕੇ, ਗੋਲਡੀ ਬਰਾੜ, ਇਹ ਕਰੋੜਾਂ ਰੁਪਏ ਦੀ ਹੁਣ ਫਿਰੌਤੀਆਂ ਜਿਹੜੀਆਂ ਨੇ ਵਸੂਲ ਰਹੇ ਨੇ। ਲੁਧਿਆਣਾ ਕੀ, ਜਗਰਾਓਂ ਕੀ, ਮੋਗਾ ਕੀ, ਖੈਰ ਪਹਿਲਾਂ ਵੀ ਤਰਨ ਤਾਰਨ ਕੀ ਤੁਹਾਡੇ ਸਾਹਮਣੇ ਵਾਰਦਾਤਾਂ ਹੋ ਰਹੀਆਂ ਨੇ, ਤੇ ਉਹ ਸਾਰੀਆਂ ਗੱਲਾਂ ਬਾਤਾਂ ਜੋ ਆਪਾਂ ਆਪਣੀਆਂ ਰਿਪੋਰਟਾਂ 'ਚ ਕਹੀਆਂ, ਚਾਹੇ ਮੋਗੇ ਦੇ ਸੰਦਰਭ ਵਿੱਚ ਜਾਂ ਤਰਨ ਤਾਰਨ ਦੇ ਸੰਦਰਭ ਵਿੱਚ, ਉਹ ਸਾਰੀਆਂ ਹੁਣ ਢੁਕਵੀਆਂ ਸਾਬਤ ਹੋ ਰਹੀਆਂ ਨੇ। ਆਹ ਤੁਹਾਨੂੰ ਇੱਕ ਕਲਿੱਪ ਮੈਂ ਵਿਖਾ ਰਿਹਾ। ਇਸ ਕਲਿੱਪ ਦੇ ਵਿੱਚ ਜਿਹੜੀ ਮੈਂ ਹੁਣ ਤੁਹਾਨੂੰ ਤੁਹਾਡੀ ਨਜ਼ਰ ਕਰ ਰਿਹਾ, ਇਸ ਦੇ ਵਿੱਚ ਇੱਕ ਵਪਾਰੀ ਹੈ ਜਿਸ ਨੂੰ ਕਿ ਫਿਰੌਤੀ ਲਈ ਜਾਂ ਰੰਗਦਾਰੀ ਲਈ ਧਮਕੀ ਆਈ ਹੈ, ਤੇ ਉਸ ਧਮਕੀ ਤੋਂ ਬਾਅਦ ਉਸ ਨੂੰ ਸੁਰੱਖਿਆ ਦੇ ਦਿੱਤੀ ਗਈ ਪੰਜਾਬ ਪੁਲਿਸ ਦੀ। ਪੰਜਾਬ ਪੁਲਿਸ ਦੀ ਇੱਕ ਬੋਲੈਰੋ ਗੱਡੀ ਤੇ ਗਨਮੈਨ ਜਿਹੜੇ ਸੀ ਜਾਂ ਸਿਕਿਉਰਿਟੀ ਗਾਰਡ ਸੀ, ਉਸ ਦੇ ਘਰ ਦੇ ਬਾਹਰ ਰਾਊਂਡ ਦ ਕਲੌਕ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਗਈ ਸੁਰੱਖਿਆ ਦੀ। ਹੁਣ ਤੁਸੀਂ ਯੂ ਵੋਂਟ ਬਿਲੀਵ ਕਿ ਸਾਡੀ ਪੰਜਾਬ ਪੁਲਿਸ ਆ ਜਿਹੜੇ ਸਰਹਾਲੀ ਦੇ ਵਿੱਚ ਜੋ ਹੋਇਆ, ਮੈਨੂੰ ਹੈਰਾਨੀ ਸੀ ਵੀ ਐਡਾ ਵੱਡਾ ਹਮਲਾ ਕਰਨ ਤੋਂ ਬਾਅਦ ਉਹਨਾਂ ਦਾ ਪਿੱਛਾ ਕਿਸੇ ਨੇ ਨਹੀਂ ਕੀਤਾ, ਉਹਨਾਂ ਨੂੰ ਮੰਗਾਰਿਆ ਨਹੀਂ, ਕਿਸੇ ਨੇ ਪੁੱਛਿਆ ਨਹੀਂ, ਉਹਦੇ ਪਿੱਛੇ ਫੋਲੋ ਨਹੀਂ ਕਰ ਪਾਏ, ਭੱਜ ਨਹੀਂ ਪਾਏ, ਟ੍ਰੇਲ ਨਹੀਂ ਕਰ ਪਾਏ। ਸੁਧੀਰ ਸੂਰੀ ਦੇ ਕੇਸ ਵਿੱਚ ਸੁਧੀਰ ਸੂਰੀ ਜੋ ਸੀ ਨਹੀਂ ਸੀ, ਮੇਰਾ ਉਸ ਤੋਂ ਕੁਝ ਲੈਣਾ ਦੇਣਾ ਨਹੀਂ ਹੈ, ਲੇਕਿਨ ਐਡੇ ਸੁਰੱਖਿਆ ਘੇਰੇ ਦੇ ਵਿੱਚ ਪੁਲਿਸ ਦੀ ਗਾਰਦ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਜਾਂਦਾ। ਇਹ ਸ਼ਰਮ ਦੀ ਗੱਲ ਤਾਂ ਪੰਜਾਬ ਪੁਲਿਸ ਲਈ ਸੀ, ਜੋ ਕਿ ਉੱਥੇ ਤਣ ਕੇ ਖੜੇ ਸੀਗੇ, ਵੱਡੇ ਵੱਡੇ ਅਫਸਰ ਚੌੜੇ ਹੋ ਕੇ ਖੜੇ ਸੀਗੇ, ਤੇ ਉਹਨਾਂ ਨੇ ਕੀ ਕਰ ਲਿਆ, ਕੀ ਉਹਨਾਂ ਦੇ ਸਾਹਮਣੇ ਰਹਿ ਗਿਆ। ਆਹ ਹੁਣ ਜਿਹੜੀ ਵੀਡੀਓ ਕਲਿੱਪ ਮੈਂ ਤੁਹਾਨੂੰ ਦਿਖਾਵਾਂਗਾ, ਉਸ ਨੂੰ ਦੇਖ ਕੇ ਸਾਨੂੰ ਹੋਰ ਸ਼ਰਮ ਆਏਗੀ, ਕਿਉਂਕਿ ਪੁਲਿਸ, ਇਹਨਾਂ ਨੂੰ ਲੱਗਦਾ ਵੀ ਪੁਲਿਸ ਦਾ ਮਤਲਬ ਹੈ ਵੀ ਵਰਦੀ ਪਾ ਲਓ ਤੇ ਵਰਦੀ ਪਾ ਕੇ ਜੋ ਮਰਜ਼ੀ ਕਿਸੇ ਆਮ ਬੰਦੇ ਨਾਲ ਕਰੇ ਚੱਲੋ। ਤੇ ਕਈ ਵਾਰ ਹੈਰਾਨੀ ਇਸ ਚੀਜ਼ ਦੀ ਹੁੰਦੀ ਹੈ ਕਿ ਪੰਜਾਬ ਪੁਲਿਸ ਲਈ ਇੱਕ ਤਗੜੀ ਫੋਰਸ ਦੀ ਪਰਿਭਾਸ਼ਾ ਕੀ ਹੈ, ਵੀ ਇਹ ਲੋਕ ਤਿਆਰ ਬਰ ਤਿਆਰ ਹੋ ਕੇ ਲੋਕਾਂ ਦੇ ਘਰਾਂ 'ਚ ਛਾਪੇ ਮਾਰਨ। ਜਦੋਂ ਇਹ ਤਿਆਰ ਹੋਣ ਤੇ ਬਾਕੀ ਹੋਰ ਕੋਈ ਤਿਆਰ ਨਾ ਹੋਣ ਤਾਂ ਪੰਜਾਬ ਪੁਲਿਸ ਬੜੀ ਮਜ਼ਬੂਤ ਹੈ, ਕਿਉਂਕਿ ਜਦੋਂ ਖੁਦ ਤਿਆਰੀ ਕਰਕੇ ਜਾਓ ਤਾਂ ਸਭ ਅਸੀਂ ਕਰ ਹੀ ਸਕਦੇ ਹਾਂ, ਲੇਕਿਨ ਜਦੋਂ ਦੂਸਰੇ ਤਿਆਰ ਹੋ ਕੇ ਆਉਣ ਤੇ ਜਦੋਂ ਤੁਹਾਡੀ ਰਿਸਪੌਂਸ ਕਰਨ ਦੀ ਸਥਿਤੀ ਹੋਵੇ, ਤੁਸੀਂ ਰਿਸਪੌਂਡ ਕਰਨਾ ਹੈ, ਉਸ ਵਕਤ ਤੁਹਾਡੇ ਹੱਥ ਜੈਕਟਾਂ 'ਚੋਂ ਬਾਹਰ ਨਾ ਨਿਕਲਣ, ਤੁਹਾਡੇ ਹੱਥਾਂ ਦੇ ਵਿੱਚ ਪਈਆਂ ਬੰਦੂਕਾਂ ਦੇ ਜਿਹੜੇ ਟ੍ਰਿਗਰ ਹੈਗੇ ਨੇ ਉਹਨਾਂ ਤੱਕ ਤੁਹਾਡੀਆਂ ਉਂਗਲੀਆਂ ਨਾ ਚੱਲਣ, ਉਹਨਾਂ ਦੇ ਲੌਕ ਨਾ ਖੁੱਲਣ, ਜਵਾਬ ਦੇ ਵਿੱਚ ਤੁਹਾਡੇ ਗੋਲੀਆਂ ਨਾ ਚੱਲਣ। ਇਹ ਪੰਜਾਬ ਪੁਲਿਸ ਦਾ ਲੈਵਲ ਹੈ, ਤੇ ਕੀ ਇਸ ਲੈਵਲ ਦੇ ਉੱਤੇ ਪੰਜਾਬ ਪੁਲਿਸ ਦੀ ਟ੍ਰੇਨਿੰਗ ਦਾ ਮਿਆਰ ਗਿਰ ਚੁੱਕਾ ਹੈ। ਇਹ ਚੀਜ਼ ਮੈਂ ਸੁਧੀਰ ਸੂਰੀ ਦੇ ਸੰਦਰਭ ਵਿੱਚ ਵੀ ਕਹਿਣਾ ਹਾਂ, ਮੈਂ ਪ੍ਰਦੀਪ ਦੇ ਸੰਦਰਭ ਵਿੱਚ ਵੀ ਕਹਿਣਾ ਹਾਂ, ਮੈਂ ਜਿਹੜਾ ਕੱਪੜੇ ਦਾ ਵਪਾਰੀ ਮਾਰਿਆ ਇਸ ਦੇ ਸੰਦਰਭ ਵਿੱਚ ਵੀ ਕਹਿਣਾ ਹਾਂ। ਤਾਂ ਆਹ ਜਿਹੜੀ ਹੁਣ ਮੋਗੇ ਦੀ ਮੈਂ ਕਲਿੱਪ ਦਿਖਾਉਣਾ, ਇਹਦੇ ਵਿੱਚ ਦੋ ਗਨਮੈਨ ਆਉਂਦੇ ਨੇ, ਸੁਰੱਖਿਆ ਦੇ ਘੇਰੇ ਹੇਠ ਇੱਕ ਵਪਾਰੀ ਜਿਸ ਦੇ ਘਰ ਦੇ ਬਾਹਰ ਇੱਕ ਬੋਲੈਰੋ ਖੜੀ ਹੈ, ਪੁਲਿਸ ਵਾਲਾ ਖੜਾ ਹੈ, ਉਸ ਪੁਲਿਸ ਵਾਲੇ ਤੋਂ ਮਹਿਜ਼ 2 ਮੀਟਰ ਦੀ ਦੂਰੀ ਤੋਂ ਇਹ ਲੋਕ ਮੋਟਰਸਾਈਕਲ ਤੇ ਆ ਕੇ 2 ਫਾਇਰ ਕੱਢ ਕੇ ਚਲੇ ਜਾਂਦੇ ਨੇ। ਤੇ ਉਸ ਤੋਂ ਬਾਅਦ ਤੁਸੀਂ ਪੁਲਿਸ ਵਾਲੇ ਦੀ ਬੋਡੀ ਲੈਂਗੁਏਜ ਦੇਖ ਲਓ, ਮੁਸ਼ਕਿਲ ਨਾਲ ਕੁਝ ਸਕਿੰਟਾਂ ਦੀ ਕਲਿੱਪ ਹੈ, ਤੁਹਾਨੂੰ ਸਮਝ ਆ ਜਾਏਗਾ ਕਿ ਪੁਲਿਸ ਦੀ ਤਿਆਰੀ ਕੀ ਹੈ, ਤੇ ਉਸ ਤੋਂ ਬਾਅਦ ਕਿੰਨੀ ਕੁ ਉਹਨਾਂ ਗੈਂਗਸਟਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਹ ਕਲਿੱਪ ਨਜ਼ਰ ਥੋੜੀ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ। ਇਸ ਕਲਿੱਪ ਦੇ ਵਿੱਚ ਤੁਸੀਂ ਵੇਖ ਪਾ ਰਹੇ ਕਿ 2 ਬੰਦੇ ਆਉਂਦੇ ਨੇ, ਕਿਵੇਂ ਉਹਨਾਂ ਨੇ 2 ਜਿਹੜੇ ਫਾਇਰ ਕੀਤੇ, ਤੁਹਾਨੂੰ ਰੋਸ਼ਨੀ ਜੀ ਦਿਸੇਗੀ। ਇੱਕ ਕੋਠੀ ਦੇ ਬਾਹਰ ਇੱਕ ਜਿਪਸੀ ਖੜੀ ਹੁੰਦੀ ਹੈ, ਜਿਪਸੀ ਨਹੀਂ ਬੋਲੈਰੋ ਗੱਡੀ ਹੈਗੀ ਹੈ ਪੁਲਿਸ ਦੀ, ਤੇ ਇੱਕ ਉਹੀ ਗਨਮੈਨ ਹੈ, ਗਾਰਦ ਜਿਹੜਾ ਹੈ, ਉਹ ਜੇਬ ਵਿੱਚ ਹੱਥ ਪਾ ਕੇ ਇੱਧਰ ਉੱਧਰ ਘੁੰਮ ਰਿਹਾ। ਉਸੀ ਗਲੀ ਦੇ ਵਿੱਚੋਂ 2 ਬੰਦੇ ਆਉਂਦੇ ਨੇ, ਡਾਲੇ ਦੇ ਸ਼ੂਟਰ ਦੱਸੇ ਜਾ ਰਹੇ ਨੇ। ਇਹਨਾਂ ਵੱਲੋਂ ਤਾੜ ਕਰਕੇ 2 ਗੋਲੀਆਂ ਚਲਾਈਆਂ ਜਾਂਦੀਆਂ ਨੇ। ਬੇਸਿਕਲੀ ਉਸ ਵਪਾਰੀ ਨੂੰ ਜਿਸ ਤੋਂ ਕਿ ਇਹਨਾਂ ਨੇ ਫਰੌਤੀ ਮੰਗੀ, ਰੰਗਦਾਰੀ ਮੰਗੀ, ਉਸਨੇ ਪੁਲਿਸ 'ਚ ਕੰਪਲੇਂਟ ਕੀਤੀ, ਪੁਲਿਸ ਨੇ ਉਸਨੂੰ ਸਿਕਿਉਰਿਟੀ ਗਾਰਡ ਦੇ ਦਿੱਤੇ, ਤੇ ਸਿਕਿਉਰਿਟੀ ਦਾ ਹਾਲ ਦੇਖੋ ਵੀ ਉਹ ਸਾਹਮਣੇ ਖੜੇ ਨੇ, ਤੇ ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ 2 ਮੁੰਡੇ ਆ ਕੇ ਮੋਟਰਸਾਈਕਲ ਦੇ ਉੱਤੇ ਸ਼ਰੇਆਮ ਗੋਲੀਆਂ ਚਲਾ ਕੇ ਜਾ ਰਹੇ ਨੇ। ਹੁਣ ਸਵਾਲ ਇੱਥੇ ਖੜਾ ਹੋ ਰਿਹਾ ਹੈਗਾ, ਇਹ ਤੁਸੀਂ ਇੱਕ ਵਾਰ ਦੁਬਾਰਾ ਇਸ ਕਲਿੱਪ ਨੂੰ ਵੇਖ ਸਕਦੇ ਹੋ। ਸੋ ਇਸ ਕਲਿੱਪ ਤੋਂ ਇਹ ਜ਼ਰੂਰ ਸਾਬਤ ਹੁੰਦਾ ਕਿ ਸਾਡੀ ਲੈਵਲ ਆਫ ਟ੍ਰੇਨਿੰਗ ਵਰਦੀ ਪਾਉਣ ਦਾ, ਤੇ ਮੈਨੂੰ ਪਤਾ ਨਹੀਂ ਹੁਣ ਜਿਹੜੇ ਲੋਕਾਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਕਿਹੜੇ ਗਨਮੈਨ ਦਿੱਤੇ ਜਾਂਦੇ ਨੇ, ਜਿਨ੍ਹਾਂ ਦੇ ਹਥਿਆਰ ਨਹੀਂ ਚੱਲਦੇ, ਜਿਨ੍ਹਾਂ ਤੋਂ ਇਹ ਗੈਂਗਸਟਰਾਂ ਦਾ ਪਿੱਛਾ ਨਹੀਂ ਹੁੰਦਾ, ਜਿਨ੍ਹਾਂ ਤੋਂ ਇਹਨਾਂ ਗੈਂਗਸਟਰਾਂ ਉੱਤੇ ਗੋਲੀਆਂ ਨਹੀਂ ਕਾਊਂਟਰ ਅਟੈਕ ਦੇ ਵਿੱਚ ਜਾਂ ਰਿਐਕਸ਼ਨ ਦੇ ਵਿੱਚ ਲਾਈਆਂ ਜਾਂਦੀਆਂ। ਜੇ ਇਸੇ ਤਰੀਕੇ ਦੀ ਤਿਆਰੀ ਪੂਰੀ ਪੰਜਾਬ ਪੁਲਿਸ ਦੀ ਹੈ ਤਾਂ ਫਿਰ ਤਾਂ ਪੰਜਾਬ ਦਾ ਰੱਬ ਰੱਖਾ। ਲੇਕਿਨ ਜੇ ਇਹ ਕੁਝ ਅਲੱਗ ਬਰੀਡ ਹੈ ਪੁਲਿਸ ਵਾਲਿਆਂ ਦੀ, ਜਿਹੜੇ ਨਿਕੰਮੇ ਤੇ ਨਕਾਰਾ ਆਫੀਸਰਸ ਹੈਗੇ ਨੇ, ਨਕਾਰਾ ਬੰਦੇ ਨੇ, ਜਿਨ੍ਹਾਂ ਨੂੰ ਸੁਰੱਖਿਆ ਦੇ ਵਿੱਚ ਤੇ ਥਾਣਿਆਂ ਦੇ ਵਿੱਚ ਦਿੱਤਾ ਗਿਆ, ਲੇਕਿਨ ਉਹ ਕਰਨ ਜੋਗੇ ਕੁਝ ਨਹੀਂ, ਉਹਨਾਂ ਦੇ ਸਾਹਮਣੇ ਜੇ ਕੁਝ ਘਟਨਾ ਘਟ ਰਹੀ ਹੋਵੇ ਤਾਂ ਉਹਨਾਂ ਦਾ ਰਿਸਪੌਂਸ ਮੈਕੈਨਿਜ਼ਮ ਐਡਾ ਵੀਕ ਹੈ, ਰਿਫਲੈਕਸਿਸ ਐਡੇ ਵੀਕ ਨੇ, ਦੇ ਕਾਂਟ ਜਸਟ ਰਿਐਕਟ। ਠੀਕ ਹੈ ਨਾ। ਤੇ ਹੁਣ ਮੁੱਦਾ ਤਾਂ ਇਹ ਹੈ ਨਾ ਵੀ ਜੇ ਕਿਸੇ ਨੂੰ ਕੋਈ ਮਾਰਨ ਆਇਆ ਤੇ ਉਸ ਕੋਲ ਸਿਕਿਉਰਿਟੀ ਸੀ, ਗਨਮੈਨ ਸੀ, ਤਾਂ ਉਹ ਬੰਦਾ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ ਸੀ ਕੋਈ ਵੀ ਕਿਸੇ ਵੀ ਸਥਿਤੀ ਦੇ ਵਿੱਚ। ਤੇ ਮੈਂ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਦਾਂਗਾ ਰੋਣੀਕੋਟ ਦਾ। ਰੋਣੀਕੋਟ ਦੇ ਵਿੱਚ ਅਦਾਲਤ ਦੇ ਵਿੱਚ ਜਿਹੜਾ ਗੈਂਗਸਟਰ ਗੋਗੀ ਸੀ, ਜਦੋਂ ਹਮਲਾ ਹੁੰਦਾ ਹੈ, ਉਹ ਮੁੰਡੇ ਵੜਿਆ, ਉਹਨਾਂ ਨੇ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਗੋਲੀਆਂ ਮਾਰਤੇ। ਹੁਣ ਆਪਾਂ ਕਹਿ ਸਕਦੇ ਵੀ ਦਿੱਲੀ ਦੀ ਅਦਾਲਤ ਦੇ ਵਿੱਚ ਦਿੱਲੀ ਪੁਲਿਸ ਦਾ ਕੀ ਰੋਲ ਸੀ, ਲੇਕਿਨ ਜਿਹੜੇ ਗੈਂਗਸਟਰ ਵਕੀਲ ਬਣ ਕੇ ਵਕੀਲ ਦੇ ਪੇਸ 'ਚੋਂ ਆਏ, ਉਹਨਾਂ ਨੇ ਵੈਪਨ ਕੱਢੇ, ਗੋਲੀਆਂ ਤਾੜ ਕਰਕੇ ਚਲਾਤੀਆਂ। ਉਹ ਜਿਹੜੇ ਬੰਦਾ ਸੀ ਗੈਂਗਸਟਰ, ਉਹਨੂੰ ਧਰਾਸ਼ਾਹੀ ਕਰਤਾ, ਲੇਕਿਨ ਨਾਲ ਦੇ ਨਾਲ ਇੱਕ ਵੀ ਬੰਦਾ ਨਹੀਂ ਮਰਿਆ, ਤੇ ਉਹ ਦੋਵੇਂ ਗੈਂਗਸਟਰ ਮੌਕੇ ਤੇ ਮਾਰਤੇ ਗਏ। ਇਸ ਲੈਵਲ ਦੀ
ਠੀਕ ਹੈ, ਤੁਸੀਂ ਉਸ ਹਮਲੇ ਨੂੰ ਅਵੋਇਡ ਨਹੀਂ ਕਰ ਸਕਦੇ। ਜੇ ਕੋਈ ਆਤਮਘਾਤੀ ਬਣ ਕੇ ਹਮਲਾ ਕਰਨ ਹੈ, ਤੁਸੀਂ ਉਸ ਹਮਲੇ ਨੂੰ ਤਾਂ ਨਹੀਂ ਰੋਕ ਸਕਦੇ, ਲੇਕਿਨ ਉਹ ਬੰਦਾ ਉੱਥੋਂ ਜਿਉਂਦਾ ਨਿਕਲ ਜਾਏ। ਆ ਤੁਹਾਡੇ ਸਾਹਮਣੇ ਮੋਗੇ ਦਾ ਕਲਿੱਪ ਹੈ, ਤੁਸੀਂ ਵੇਖ ਲਓ ਕਿ ਇਹ ਬੰਦਿਆਂ ਦੇ ਮੁੰਡਿਆਂ ਦੇ ਮਨਾਂ ਦੇ ਵਿੱਚ ਕੋਈ ਡਰ ਹੋਵੇ। ਸੁਧੀਰ ਸੂਰੀ ਤੋਂ ਲੈ ਕੇ ਆਹ ਮੋਗੇ ਦੀ ਘਟਨਾ, ਤਾਂ ਹੁਣ ਸਰਹਾਲੀ ਦੀ ਘਟਨਾ ਤਾਂ ਲੇਟੈਸਟ ਹੈ। ਮੋਗੇ ਦੀ ਘਟਨਾ ਜਿਹੜਾ ਮੈਂ ਕਲਿੱਪ ਦਿਖਾਇਆ 2 ਦਸੰਬਰ ਦਾ ਹੈ, ਲੇਕਿਨ ਸਰਹਾਲੀ ਦੀ ਘਟਨਾ ਇੱਥੇ ਵੀ ਇਟ ਮੀਨਸ ਉਹਨਾਂ ਨੂੰ ਪਤਾ ਸੀ ਵੀ ਜੇ ਜ਼ਿਆਦਾ ਤੋਂ ਜ਼ਿਆਦਾ ਕੀ ਹੋ ਜਾਏਗਾ ਜੇ ਗੈਂਗਸਟਰਾਂ ਨੂੰ ਉੱਥੇ ਫੜ ਵੀ ਲਿਆ ਜਾਂਦਾ ਹੈ ਜਾਂ ਉੱਥੇ ਕਿਸੇ ਨੇ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਵੈਸੇ ਤਾਂ ਉਹਨਾਂ ਨੂੰ ਪਤਾ ਸੀ ਵੀ ਅਸੀਂ ਗੋਲੀ ਚਲਾਵਾਂਗੇ ਤਾਂ ਪੁਲਿਸ ਵਾਲੇ ਡਰ ਕੇ ਛੁਪਣ ਦੀ ਕੋਸ਼ਿਸ਼ ਕਰਨਗੇ, ਨਾ ਕਿ ਸਾਡੇ ਪਿੱਛੇ ਆਉਣ ਦੀ ਕੋਸ਼ਿਸ਼ ਕਰਨਗੇ। ਤੇ ਇਹ ਇੱਕ ਬੜਾ ਵੱਡਾ ਸਿੰਡਰੋਮ ਹੈ ਜਿਸ ਕਰਕੇ ਇਹਨਾਂ ਕ੍ਰਿਮੀਨਲਸ ਦੇ, ਇਹਨਾਂ ਗੈਂਗਸਟਰ ਦੇ ਹੌਸਲੇ ਬੁਲੰਦ ਹੋ ਰਹੇ ਨੇ। ਨਾਲ ਦੇ ਨਾਲ ਫੜ ਕੇ ਇਹਨਾਂ ਨੂੰ ਜੇ ਨਿਊਟਰਲਾਈਜ਼ ਕੀਤਾ ਗਿਆ ਹੁੰਦਾ ਜਾਂ ਕੀਤਾ ਜਾਏ, ਇੱਕ ਅੱਧਾ ਵੀ ਇਹੋ ਜਿਹਾ ਐਗਜ਼ਾਮਪਲ ਮੈਨੂੰ ਪਿਛਲੇ ਤੁਸੀਂ ਦਿਖਾ ਦਿਓ 6-7 ਮਹੀਨਿਆਂ ਦੇ ਵਿੱਚੋਂ। ਠੀਕ ਹੈ, ਤੁਸੀਂ ਮਾਨੂ ਨੂੰ ਜਾਂ ਉਹਨੂੰ ਜਿਹੜਾ ਰੂਪੇ ਨੂੰ ਜਾ ਕੇ ਇਨਕਾਊਂਟਰ ਕਰਤਾ, ਉਹਨਾਂ ਨੂੰ ਐਲੀਮੀਨੇਟ ਕਰਤਾ, ਲੇਕਿਨ ਸੁਨੇਹਾ ਕੀ ਕੀਤਾ ਉਸ ਤੋਂ ਬਾਅਦ? ਆ ਜਿਹੜੀਆਂ ਹਿੰਮਤਾਂ ਦੇਖੋ ਇਹਨਾਂ ਗੈਂਗਸਟਰਾਂ ਦੀਆਂ, ਇਹਨਾਂ ਕ੍ਰਿਮੀਨਲਸ ਦੀ ਹਿਮਾਕਤਾਂ ਵੇਖੋ ਵੀ ਕਿੱਥੇ ਤੱਕ ਪਹੁੰਚੇ ਹੋਏ ਨੇ। ਨਾ ਤੁਹਾਡੇ ਥਾਣੇ ਛੱਡ ਰਹੇ ਨੇ, ਨਾ ਤੁਹਾਡੇ ਪ੍ਰੋਟੈਕਟੀਜ਼ ਛੱਡ ਰਹੇ ਨੇ। ਇਹ ਤਾਂ ਕਿਸੇ ਦਿਨ ਕਿਸੇ ਦੇ ਵੀ ਘਰੇ ਵੜ ਆਉਣਗੇ ਤੇ ਅਫਸਰਾਂ ਦੇ ਘਰੇ ਵੜਨਾ ਸ਼ੁਰੂ ਕਰ ਦੇਣਗੇ। ਫਿਰ ਠੀਕ ਹੈ, ਪੰਜਾਬ ਪੁਲਿਸ ਉਹੀ ਆਪਣੇ ਲੇਟ 80s ਤੇ ਅਰਲੀ 90s ਦੇ ਫੰਡਿਆਂ ਉੱਤੇ ਆ ਜਾਏਗੀ। ਧਰ ਪਕੜ ਕਰਕੇ ਸਾਰੇ ਨੌਜਵਾਨਾਂ ਨੂੰ ਚੱਕਣਾ ਸ਼ੁਰੂ ਕਰ ਦਿਓ ਵੀ ਜਿਹੜੇ ਹਮਲੇ ਕਰ ਰਹੇ ਨੇ, ਸਾਹਮਣੇ ਆ ਕੇ ਸ਼ਰੇਆਮ ਡੇਰਿੰਗ ਅਟੈਕਸ ਲਾ ਰਹੇ ਨੇ, ਤੁਸੀਂ ਉਹਨਾਂ ਨੂੰ ਉਸ ਮੌਕਿਆਂ 'ਤੇ ਸਾਂਭ ਪਾ ਰਹੇ ਹੋ। ਤੇ ਤੁਸੀਂ ਫਿਰ ਹੁਣ ਵੈਸੇ ਕੋਰਡਨ ਐਂਡ ਸਰਚ ਆਪਰੇਸ਼ਨ ਹੁੰਦੇ ਨੇ ਜੀ। ਮੈਨੂੰ ਪਿਛਲੇ 2-3 ਮਹੀਨਿਆਂ 'ਚ ਪਤਾ ਨਹੀਂ ਕਿੰਨੇ ਕੁ ਕੋਰਡਨ ਐਂਡ ਸਰਚ ਆਪਰੇਸ਼ਨ ਪੰਜਾਬ ਦੇ DGP ਸਾਹਿਬ ਖੁਦ ਵਿਚਾਰੇ ਜਾ ਕੇ ਸੜਕਾਂ ਉੱਤੇ ਕਰਦੇ ਨੇ। ਅਫਸਰ IG ADGP ਇਕੱਠੇ ਕਰ ਲੈਂਦੇ ਨੇ। ਉਹ ਪਤਾ ਨਹੀਂ ਕਿ ਉਹ ਕੀ ਫੋਟੋ ਆਪਸ ਹੁੰਦੇ ਨੇ, ਕੀ ਹੁੰਦੇ ਨੇ। ਤੇ ਉਹ ਕੋਰਡਨ ਐਂਡ ਸਰਚ ਆਪਰੇਸ਼ਨ ਦਾ ਫਾਈਨਲ ਨਟਸ਼ੈਲ ਰਿਜ਼ਲਟ ਕੀ ਹੈ ਤੁਹਾਡੇ ਸਾਹਮਣੇ ਦਿਸਦਾ ਪਿਆ ਤੁਹਾਨੂੰ। ਸਿੱਧੂ ਮੂਸੇਵਾਲਾ ਤੋਂ ਬਾਅਦ ਤੁਹਾਡੀ ਕਿੰਨੀ ਕੁ ਤਿਆਰੀ ਸੀ, ਕੀ ਤੁਹਾਡਾ ਇੱਕ ਲੈਵਲ ਆਫ ਪ੍ਰੀਪੇਅਰਡਨੈਸ ਸੀ, ਕੀ ਤੁਸੀਂ ਸਬਕ ਲਏ, ਕੀ ਤੁਸੀਂ ਸਿੱਖਿਆ। ਐਡੀ ਲੰਬੀ ਚੌੜੀਆਂ ਸਾਰੀਆਂ ਦਿੱਲੀ ਪੁਲਿਸ ਵੀ ਵਿੱਚ ਲੱਗੀ, ਤੁਸੀਂ ਲੱਗੇ। ਆਈ ਐਮ ਸ਼ੋਰ ਦੇयर वर ਪਲੈਂਟੀ ਆਫ ਲੈਸਨਸ ਟੂ ਲਰਨ, ਬਟ ਹੈਵ ਵੀ ਬੀਨ ਏਬਲ ਟੂ ਲਰਨ ਦੋਜ਼ ਲੈਸਨਸ? ਆਪਾਂ ਉਹ ਲੈਸਨਸ ਸ਼ਾਇਦ ਸਿੱਖ ਪਾਏ ਜਾਂ ਨਹੀਂ ਪਾਇਆ। ਹੁਣ ਮੀਡੀਆ ਦੇ ਵਿੱਚ ਬਿਆਨ ਦੇਈ ਜਾਣਾ, ਲੋਕਾਂ ਨੂੰ ਕਹੀ ਜਾਣਾ, ਫਿਰ ਇਹ ਕਹਿ ਦੇਣਾ ਵੀ ਗੈਂਗਸਟਰ ਛੁਪ ਕੇ। ਮੈਨੂੰ ਤਾਂ ਕੋਈ ਦੇਖ ਲਓ ਤੁਸੀਂ, ਕੋਈ ਘਟਨਾ ਲੱਗਦੀ ਹੈ ਛੁਪ ਕੇ ਕੀਤੀ ਹੋਈ ਹੈ, ਉਹ ਤਾਂ ਠੀਕ ਹੈ। ਉਹਨਾਂ ਨੇ ਇੰਟੈਲੀਜੈਂਸ ਹੈੱਡਕੁਆਟਰ ਦੇ ਉੱਤੇ ਵੀ ਦੇਰ ਰਾਤ ਹਮਲਾ ਕੀਤਾ, ਇਹ ਵੀ ਕੀਤਾ। ਉਹ ਉਹਨਾਂ ਦੀ ਇੱਛਾ ਹੈਗੀ ਜਦੋਂ ਚਾਹਣ ਕਰਨ। ਲੇਕਿਨ ਜਿਹੜੇ ਦਿਨ ਦਹਾੜੇ ਆ ਕੇ ਸਵੇਰੇ ਹਮਲੇ ਕਰਤੇ, ਸਵੇਰੇ ਅਟੈਕ ਲਾਤੇ, ਤੇ ਉਹਨਾਂ ਦਾ ਫਿਰ ਆਪਾਂ ਮਤਲਬ ਕੀ ਕਹੀਏ, ਕੀ ਉਸ ਤੋਂ ਤਸਵੀਰ ਆਪਣੇ ਸਾਹਮਣੇ ਉੱਭਰਦੀ ਹੈ। ਸੋ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ, ਤੇ ਇਸ ਦੇ ਲਈ ਮੈਂ ਦੇਖੋ ਪੋਲੀਟੀਕਲੀ ਆਪਾਂ ਗੱਲ ਨਹੀਂ ਕਰਾਂਗੇ, ਤੇ ਨਾ ਹੀ ਮੈਂ ਚਾਹੁੰਦਾ ਕਿ ਲਾਅ ਐਂਡ ਆਰਡਰ ਦੇ ਵਿਸ਼ੇ ਦੇ ਉੱਤੇ ਸਿਆਸਤ ਹੋਣੀ ਚਾਹੀਦੀ ਹੈ। ਜਿਹੜੀ ਪੋਲੀਟੀਕਲ ਪਾਰਟੀਆਂ ਬਿਆਨ ਦੇ ਰਹੀਆਂ ਨੇ, ਮੈਨੂੰ ਨਹੀਂ ਸਮਝ ਆਉਂਦਾ ਵੀ ਅਕਾਲੀ ਦਲ ਜਾਂ ਕਾਂਗਰਸ ਜਾਂ ਫਿਰ ਕੋਈ ਵੀ ਪਾਰਟੀ, ਚਾਹੇ BJP ਹੋਵੇ, ਇਹਨਾਂ ਦਾ ਮਕਸਦ ਆਪਣੀ ਸਿਆਸੀ ਰੋਟੀਆਂ ਸੇਕਣਾ ਕਿ ਵਾਕਈ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਿਤ ਨੇ। ਕਿਉਂਕਿ ਪੰਜਾਬ ਦੇ ਕਾਨੂੰਨ ਵਿਵਸਥਾ ਦੀ ਰਾਖੀ ਕਰਨਾ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ। ਤੇ ਪੰਜਾਬ ਪੁਲਿਸ ਦੇ DGP, ਜੋ ਕਿ ਕਾਬਲ DGP, ਆਪਾਂ ਉਹਨਾਂ ਦੀ ਬਹੁਤ ਚੰਗੀਆਂ ਰਿਪੋਰਟਸ ਵੀ ਬਣਾਈਆਂ, ਆਪਾਂ ਨੂੰ ਲੱਗਾ ਵੀ ਕਿ ਉਹ ਆਪਣੇ ਕੰਮ ਨੂੰ ਲੈ ਕੇ ਸੁਹਿਰਦ ਬਹੁਤ ਨੇ। ਲੇਕਿਨ ਜ਼ਮੀਨੀ ਸਤਹੀ ਪੱਧਰ ਉੱਤੇ ਕੰਮ ਕਿਉਂ ਨਹੀਂ ਹੋ ਪਾ ਰਿਹਾ, ਹਾਲਾਤ ਕਿਉਂ ਵਿਗੜ ਰਹੇ ਨੇ, ਪ੍ਰੋਬਲਮ ਕਿੱਥੇ ਹੈ, ਇਸ ਦਾ ਸਹੀ ਇਮਾਨਦਾਰ ਐਨਾਲਿਸਿਸ ਕਿਉਂ ਨਹੀਂ ਹੋ ਪਾ ਰਿਹਾ। ਹਵਾਈ ਗੱਲਾਂ ਬਾਤਾਂ ਸਾਡੇ DGP ਸਾਹਿਬ ਕਰ ਰਹੇ ਪਏ ਨੇ, ਵੱਡੀਆਂ ਗੱਲਾਂ ਬਾਤਾਂ ਕਰ ਲਓ, ਤੇ ਜ਼ਮੀਨ ਦੇ ਉੱਤੇ ਰਿਜ਼ਲਟ ਕੁਛ ਨਹੀਂ ਹੈ। ਠੀਕ ਹੈ, ਤੁਸੀਂ ਗੈਂਗਸਟਰਾਂ ਦੀ ਧਰਪਕੜ, ਹਥਿਆਰਾਂ ਦੀ ਜਿਹੜੀ ਧਰਪਕੜ ਹੈ ਉਹ ਕਰਦੇ ਰਹੋ, ਉਹਨਾਂ ਨੂੰ ਰਿਕਵਰ ਕਰਦੇ ਰਹੋ, ਸਭ ਕੁਝ ਦਿਖਾਉਂਦੇ ਰਹੋ, ਕੋਈ ਰਿਐਕਸ਼ਨ। ਮਤਲਬ ਹੁਣ ਇੱਥੇ ਤਾਂ ਇੱਕ ਪ੍ਰਾਪਤੀ ਹੋ ਗਈ ਹੈ ਵੀ ਤੁਹਾਡਾ ਜੇ ਗੈਂਗਸਟਰ ਜੇਲ੍ਹ 'ਚੋਂ ਤੁਹਾਡੇ CIA ਇੰਚਾਰਜ ਦੀ ਮਦਦ ਨਾਲ ਭੱਜ ਜਾਂਦਾ ਹੈ, ਤਾਂ ਫਿਰ ਉਹਨੂੰ ਜਦੋਂ ਫੜਿਆ ਜਾਂਦਾ ਹੈ ਵਾਪਸੀ ਦੇ ਵਿੱਚ, ਤਾਂ ਫਿਰ ਉਹਨੂੰ ਬੜੀ ਵੱਡੀ ਪ੍ਰਾਪਤੀ ਦੱਸਦਾ ਜਾਂਦਾ ਹੈ। ਕਿਸੇ ਦਾ ਕੋਈ ਕਤਲ ਕਰ ਦਿੰਦਾ ਹੈ, ਦਿਨ ਦਹਾੜੇ ਸਿਕਿਉਰਿਟੀ ਦੇ ਵਿੱਚ ਕਰ ਦਿੰਦਾ ਹੈ, ਉਹ ਜਿਹੜੇ ਕਤਲ ਕਰਨ ਵਾਲਿਆਂ ਨੂੰ ਤੁਸੀਂ ਫੜ ਕੇ ਕਹਿੰਦੇ ਹੋ ਸਾਡੀ ਪ੍ਰਾਪਤੀ ਹੈ। ਉਹਨਾਂ ਵਾਰਦਾਤਾਂ ਨੂੰ ਰੋਕਣਾ ਸਾਡੇ ਬਸ 'ਚ ਨਹੀਂ ਹੈ। ਆਹ ਮੋਗੇ ਦੀ ਤੁਹਾਡੇ ਸਾਹਮਣੇ ਕਲਿੱਪ ਚੱਲਦਾ ਪਿਆ। ਇਸ ਤੋਂ ਜ਼ਿਆਦਾ ਸਾਫ਼ ਤਸਵੀਰ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਦਾ ਪੱਠਾ ਬਹਿ ਚੁੱਕਾ ਹੈ, ਉਸ ਦੀ ਸਾਫ਼ ਵੀਡੀਓ ਤੇ ਸਾਫ਼ ਤਸਵੀਰ ਨਹੀਂ ਹੋ ਸਕਦੀ। ਪੁਲਿਸ ਵਾਲਿਆਂ ਦੇ ਸਾਹਮਣੇ ਸ਼ਰੇਆਮ ਗੈਂਗਸਟਰਾਂ ਦੇ, ਕ੍ਰਿਮੀਨਲਸ ਦੇ ਹੌਸਲੇ ਖੁੱਲ੍ਹੇ ਨੇ। ਪੁਲਿਸ ਨੂੰ ਹੋਰ ਸਖਤੀ ਕਰਨੀ ਪਏਗੀ, ਤੇ ਸਖਤੀ ਸਿਰਫ ਇਸ ਪੱਖੋਂ ਨਾ ਕਰੋ ਕਿ ਤੁਸੀਂ ਮੁੰਡਿਆਂ ਨੂੰ ਚੱਕ ਕੇ ਉਹਨਾਂ ਦੇ ਖਿਲਾਫ ਧਰਪਕੜ ਸ਼ੁਰੂ ਕਰ ਦਿਓ, ਉਹਨਾਂ ਦੇ ਘਰ ਦੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿਓ। ਤੁਸੀਂ ਆਪਣੀ ਪੁਲਿਸ ਨੂੰ ਤਿਆਰ ਕਰੋ, ਕਿਉਂਕਿ ਇਹ ਹਮਲੇ ਜਿੰਨੇ ਹੋ ਰਹੇ ਨੇ ਤੁਹਾਡੇ ਥਾਣਿਆਂ ਦੇ ਉੱਤੇ ਹੋ ਰਹੇ ਨੇ, ਤੁਹਾਡੀ ਸਾਏ ਦੇ, ਤੁਹਾਡੀ ਦੇਖ ਰੇਖ ਦੇ ਵਿੱਚ, ਤੁਹਾਡੇ ਅਫਸਰਾਂ ਦੀ ਨੱਕ ਦੇ ਥੱਲੇ ਬਹਿ ਕੇ ਹੋ ਰਹੇ ਨੇ। ਜੇ ਉਹ ਅਫਸਰ ਹੀ ਉੱਥੇ ਮੌਕੇ ਵਾਰਦਾਤ ਦੇ ਉੱਤੇ ਇੱਧਰ ਉੱਧਰ ਭੱਜ ਕੇ ਆਪਣੇ ਆਪ ਛੁਪਣ ਲੱਗ ਜਾਣ, ਤੇ ਤੁਹਾਡੇ ਬੰਦਿਆਂ ਵੱਲੋਂ ਇੱਕ ਜਵਾਬੀ ਫਾਇਰ ਨਾ ਹੋਵੇ, ਇੱਕ ਜਵਾਬੀ ਕਾਰਵਾਈ ਨਾ ਹੋਵੇ, ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕਹੀਏ ਵੀ ਸਾਡੀ ਟ੍ਰੇਨਿੰਗ ਦਾ ਤੇ ਸਾਡੀ ਪੁਲਿਸਿੰਗ ਦਾ ਮਿਆਰ ਬਚਦਾ ਕੀ ਹੈ, ਰਹਿੰਦਾ ਕੀ ਹੈ। ਤੇ ਸਰਟਨਲੀ ਇਹ ਉਹ ਵਾਲੀ ਪੰਜਾਬ ਪੁਲਿਸ ਨਹੀਂ ਹੈ ਜੋ ਕਿ अर्ली 90s ਦੇ ਵਿੱਚ ਜਿਸਨੇ ਐਕਸ਼ਨ ਕੀਤਾ, ਕਾਰਵਾਈ ਕੀਤੀ। ਤੇ ਅੱਜ
ਚੀਜ਼ਾਂ ਬਦਲ ਚੁੱਕੀਆਂ, ਦੌਰ ਬਦਲ ਚੁੱਕਾ। ਅੱਜ ਉਸ ਤਰੀਕੇ ਦੀਆਂ ਵਧੀਕੀਆਂ ਤੇ ਧੱਕਿਆਂ ਨੂੰ ਵੀ ਕਿਸੇ ਨੇ ਸਹਿਣ ਨਹੀਂ ਕਰਨਾ। ਤੁਸੀਂ ਆਪਣੀ ਕਮਰ ਨੂੰ ਕੱਸੋ। ਸਿੱਧੀ ਜੀ ਗੱਲ ਤਾਂ ਹੈ, ਆਪਣੇ ਅਫਸਰਾਂ ਦੀ ਟ੍ਰੇਨਿੰਗ, ਉਹਨਾਂ ਨੂੰ ਉਸ ਮੋੜ ਚੋਂ ਕੱਢੋ। ਜਿਹੜੀ ਪੁਲਿਸ ਨੂੰ ਜਿਸ ਕੰਫਰਟ ਲੈਵਲ ਦੇ ਵਿੱਚ ਪੁਲਿਸ ਦੀ ਨੌਕਰੀ ਲਈ ਬੈਠੇ ਨੇ ਕਈ ਜਿਹੜੇ ਅਫਸਰ ਹੈਗੇ ਨੇ, ਸਿਫਾਰਸ਼ੀ ਵੀ ਹੈਗੇ ਨੇ, ਬਲੂ ਆਈਡ ਬॉयਜ਼ ਵੀ ਹੈਗੇ ਨੇ, ਐਸੇ ਅਫਸਰ ਵੀ ਹੈਗੇ ਨੇ ਜਿਹੜੇ ਕਿ ਚੜਾਵਾ ਦੇ ਕੇ ਆਪਣੇ ਇਲਾਕਿਆਂ ਦੇ ਵਿੱਚ ਆਪਣੇ ਅਫਸਰਾਂ ਨੂੰ ਖੁਸ਼ ਕਰਕੇ ਮੋਟੀ ਕਮਾਈ ਕਰਕੇ ਆਪਣੇ ਅਫਸਰਾਂ ਨੂੰ ਦਿੰਦੇ ਨੇ। ਅਜਿਹੇ ਲੋਕਾਂ ਨੂੰ ਸਾਫ਼ ਕਰੋ ਤੁਸੀਂ। ਪੀਪਲ ਨੀਡ ਪਰਫੋਰਮੈਂਸ। ਈਵਨ ਸਰਕਾਰ, ਮੈਨੂੰ ਆਮ ਸ਼ੋਰ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਪਰਫੋਰਮੈਂਸ ਚਾਹੀਦੀ ਹੈ। ਸੋ ਹਰ ਆਦਮੀ ਅੱਜ ਦੀ ਤਰੀਕ ਵਿੱਚ ਪਰਫੋਰਮੈਂਸ ਭਾਲਦਾ ਹੈ। ਅੱਜ ਦੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦਾ ਕੋਈ ਕੰਮ ਨਹੀਂ ਜਿਹੜੇ ਕਿ ਪੁਲਿਸ ਦੀ ਵਰਦੀ ਦੇ ਲਾਇਕ ਨਹੀਂ, ਪੁਲਿਸ ਦੀ ਉਹਨਾਂ ਪੋਜੀਸ਼ਨਸ ਦੇ ਲਾਇਕ ਨਹੀਂ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਬਿਠਾਇਆ ਗਿਆ ਹੈ, ਜਿਨ੍ਹਾਂ ਦੀ ਸ਼ਰੇਆਮ ਨਜ਼ਰਾਂ ਦੇ ਸਾਹਮਣੇ ਬੰਦੇ ਮਾਰਤੇ ਜਾਂਦੇ ਨੇ, ਜਿਨ੍ਹਾਂ ਦੇ ਸਾਹਮਣੇ ਗੈਂਗਸਟਰ ਗੋਲੀਆਂ ਚਲਾ ਕੇ ਨਿਕਲ ਜਾਂਦੇ ਨੇ, ਜਿਨ੍ਹਾਂ ਦੇ ਥਾਣਿਆਂ ਦੇ ਵਿੱਚ। ਇਹ ਸਾਰੇ ਦੇ ਸਾਰੇ ਅਫਸਰਾਂ ਨੂੰ ਪੁੱਛਣ ਦੀ ਲੋੜ ਹੈ ਕਿ ਇਹਨਾਂ ਦਾ ਜਿਹੜਾ ਰਿਸਪੌਂਸ ਕੀ ਸੀ ਇਸ ਤਰੀਕੇ ਦੇ ਹਮਲੇ ਦੇ ਉੱਤੇ ਕੀ ਸੀ। ਕੀ ਸੁਧੀਰ ਸੂਰੀ ਦੇ ਕੇਸ ਦੇ ਵਿੱਚ ਜੋ ਕੁਝ ਹੋਇਆ ਉਸ ਵਕਤ, ਉਹ ਜਿੰਨੇ ਵੀ ਉਹਦੇ ਗਨਮੈਨ ਸੀਗੇ ਜਾਂ ਉੱਥੇ ਜਿਹੜੇ ਮੌਕੇ 'ਤੇ ਪੁਲਿਸ ਅਫਸਰ ਸੀ, ਉਹਨਾਂ ਦੀ ਪੂਰੀ ਜਿਹੜੀ ਤੁਸੀਂ ਰਿਸਪੌਂਸ ਸ਼ੀਟ ਸੀ, ਉਹਨਾਂ ਨੇ ਕਿਸਨੇ ਕੀ ਵਤੀਰਾ ਸੀ, ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਤੇ ਜੇ ਉੱਥੋਂ ਕੋਈ ਐਕਸ਼ਨ ਹੋਇਆ ਹੁੰਦਾ, ਰਿਸਪੌਂਸ ਹੋਇਆ ਹੁੰਦਾ, ਤਾਂ ਅੱਜ ਬਥੇਰੀਆਂ ਵਾਰਦਾਤਾਂ ਹੋਣੋਂ ਰੁਕ ਜਾਂਦੀਆਂ, ਅੱਗੇ ਵੀ ਰੁਕ ਸਕਦੀਆਂ ਨੇ। ਲੇਕਿਨ ਆਹ ਜੋ ਇਸ ਵਕਤ ਹਾਲਾਤ ਹੈਗੇ ਨੇ, ਮੈਨੂੰ ਨਹੀਂ ਲੱਗਦਾ ਇਸ ਵਾਰਦਾਤਾਂ ਨੇ ਰੁਕਣਾ। ਅਤੇ ਜੇ ਪੁਲਿਸ ਦਾ ਇਹੀ ਢਿੱਲਾ ਰਵੱਈਆ ਰਿਹਾ, ਸੋ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਜੀ। ਪੁਲਿਸ ਵੀ ਕਹਿੰਦੀ ਹੈ ਜੀ ਅਸੀਂ ਬੜੀ ਸਖਤੀ ਕਰ ਰਹੇ ਹਾਂ। ਉਹ ਸਖਤੀ ਤੁਹਾਡੇ ਸਾਹਮਣੇ ਆ। ਵੀਡੀਓ ਕਲਿੱਪ ਨੇ ਤਾਂ ਵੈਸੇ ਹੀ ਸਭ ਕੁਝ ਸਾਹਮਣੇ ਰੱਖਤਾ ਹੈ। ਬਹਰਹਾਲ ਅੱਜ ਦੀ ਗੱਲਬਾਤ ਲੰਬੀ ਹੋ ਚੱਲੀ ਹੈ ਅਤੇ ਇੱਥੇ ਹੀ ਦਾਂਗਾ ਇਸ ਨੂੰ ਵਿਰਾਮ। 25 ਨਵੰਬਰ ਨੂੰ ਜਿਹੜੀ ਗੈਂਗਸਟਰਾਂ ਦੀ ਕਾਨਫਰੰਸ ਕਾਲ ਹੈ, ਬਹੁਤ ਦਿਲਚਸਪ ਕਾਨਫਰੰਸ ਕਾਲ ਹੈ। ਅਤੇ ਇਸ ਕਾਨਫਰੰਸ ਕਾਲ ਦੇ ਵਿੱਚ ਝਗੜਾ ਕੀ ਚੱਲਦਾ ਪਿਆ ਹੈ, ਰੌਲਾ ਕੀ ਅੰਡਰਵਰਲਡ ਦੇ ਵਿੱਚ ਅੰਡਰ ਕਰੰਟ ਕੀ ਨੇ, ਇਸ ਨੂੰ ਪੋਸੀਬਲੀ ਮੈਂ ਆਪਣੀ ਅਗਲੀ ਰਿਪੋਰਟ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ। ਰਿਤੇਸ਼ ਲੱਖੀ ਅਨਪਲੱਗਡ ਨਾਲ ਜੁੜੇ ਰਹੋ। ਇਜਾਜ਼ਤ ਦਿਓ ਮੈਨੂੰ। ਥੈਂਕ ਯੂ ਸੋ ਮਚ।